ਜੀ ਬਾਜਵਾ ਜੀ ਸਾਹਿਬ ਸੀ ਜਿਹੜੀ ਐਡਜਰਨਮੈਂਟ ਮੋਸ਼ਨ ਅਸੀਂ ਲਾਅ ਐਂਡ ਆਰਡਰ ਤੇ ਮੰਗੀ ਸੀ ਉਹਦਾ ਕਾਈਂਡਲੀ ਕਿਰਪਾ ਕਰਕੇ ਦੱਸ ਸਕੋਗੇ। ਮੈਂ ਡਿਸਕਸ ਕਰਕੇ ਤੁਹਾਨੂੰ ਦੇ ਦੇਣਾ ਪਰੂਜ਼ ਕਰਕੇ। ਦੱਸਣਾ ਤਾਂ ਤੁਸੀਂ ਕਿਸੇ ਕੋਲ ਨਹੀਂ ਪੁੱਛਣਾ। ਮੈਂ ਦੇਖ ਲੈਣਾ ਜੀ, ਤੁਹਾਡੀ ਆ ਗਈ ਮੈਂ ਚੈੱਕ ਕਰਾ ਅਜੇ ਵੇਖਿਆ ਹੀ ਨਹੀਂ ਤੁਸੀਂ। ਮੈਂ ਹਲੇ ਦੇਖਿਆ ਨਹੀਂ। 2 ਘੰਟੇ ਪਹਿਲੇ ਤਾਂ ਤੁਹਾਨੂੰ ਬੇਨਤੀ ਕਰਕੇ ਹਟੇ। ਆਪਾਂ ਹੁਣ ਅੱਗੇ ਚੱਲੀਏ। ਨਹੀਂ ਅੱਗੇ ਚ ਲਾਅ ਐਂਡ ਆਰਡਰ ਤੇ ਸਾਰਿਆਂ ਨੂੰ ਮੇਨ ਮਸਲਾ ਪੰਜਾਬ ਦਾ ਜੀ। ਕਾਈਂਡਲੀ ਜੇ ਲਾਅ ਐਂਡ ਆਰਡਰ ਸਾਨੂੰ ਦੱਸ ਤੇ ਦਿਓ ਕਿ ਕੋਈ ਸੁਣਵਾਈ ਹੋਏਗੀ। ਜੇ ਨਹੀਂ ਸੁਣਵਾਈ ਹੋਏਗੀ ਕੋਈ ਹੋਰ ਫੋਰਮ ਵਰਤ ਲਈਏ। ਸਾਨੂੰ ਦੱਸੋ ਤਾਂ ਸਹੀ ਨਾ ਪਲੀਜ਼। ਬਾਜਵਾ ਸਾਹਿਬ ਹਾਂਜੀ ਤੁਹਾਡੀ ਜਿਹੜੀ ਰਿਪਰੈਜ਼ੈਂਟੇਸ਼ਨ ਆ ਗਈ ਹੈ, ਮੈਨੂੰ ਉਹ ਦੇਖ ਲੈਣ ਦਿਓ। ਦੇਖ ਕੇ ਮੈਂ ਉੱਤੇ ਆਪਣਾ ਫੈਸਲਾ ਤੁਹਾਨੂੰ ਦੇ ਦਿਆਂਗਾ। ਕਿਸੇ ਤੋਂ ਜੇ ਪੁੱਛਣਾ ਜੀ। ਤਾਂ ਸਪੀਕਰ ਸਾਹਿਬ ਪੁੱਛ ਕੇ ਦੱਸ ਦਿਓ ਜੇ ਇਦਾਂ ਦੀ ਗੱਲ ਹੀ ਹੈਗੀ ਆ। ਤੁਹਾਡਾ ਸਪੀਕਰ ਪੜ੍ਹਿਆ ਲਿਖਿਆ ਹੈ। ਨਹੀਂ ਉਹ ਤਾਂ ਆਪਾਂ ਮੇਰਾ ਖਿਆਲ ਆ ਵੀ ਆਪਾਂ ਨੂੰ ਚੇਅਰ ਦੀ ਮਰਿਆਦਾ ਨੂੰ ਰੱਖਣਾ ਚਾਹੀਦਾ ਹੈ ਔਰ ਜਿਹੜੇ ਖਾਸ ਕਰਕੇ ਤਜਰਬੇਕਾਰ ਮੈਂਬਰ ਸਾਹਿਬਾਨ ਨੇ ਉਹਨਾਂ ਤੋਂ ਵੱਧ ਤਵੱਕੂ ਕੀਤੀ ਜਾਂਦੀ ਹੈ। ਥੈਂਕ ਯੂ। ਫਿਰ ਕਿੰਨਾ ਚਿਰ ਇੰਤਜ਼ਾਰ ਕਰੀਏ। ਮੈਂ ਤੁਹਾਨੂੰ ਦੱਸ ਦਿੰਦਾ ਜੀ। ਸਰਦਾਰ ਸੁਖਵਿੰਦਰ ਸਿੰਘ ਕੋਟਲੀ। ਸਰ ਸਵਾਲ ਨੰਬਰ 865। ਡਾਕਟਰ ਬਲਜੀਤ ਕੌਰ ਸਮਾਜਿਕ ਨਿਆਂ ਮੰਤਰੀ ਜਵਾਬ ਦੇਣਗੇ। Honorable Speaker ਸਾਹਿਬ, ਪੰਜਾਬ ਐਸਸੀ ਐਫਟੀਸੀ ਕਾਰਪੋਰੇਸ਼ਨ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦੀ ਜੋ ਬਜਟ ਉਪਬੰਧ ਹੈ ਉਸ ਵਿੱਚ ਸ਼ੇਅਰ ਕੈਪੀਟਲ ਕੰਟਰੀਬਿਊਸ਼ਨ ਟੂ ਪੀਐਸਸੀਐਫਸੀ ਇਸ ਦੇ ਵਿੱਚ 12.98 ਕਰੋੜ ਦਾ ਬਜਟ ਉਪਬੰਧ ਕੀਤਾ ਗਿਆ ਹੈ। ਕਾਰਪੋਰੇਸ਼ਨ ਵੱਲੋਂ ਚਲਾਈ ਜਾ ਰਹੀ ਕੈਪੀਟਲ ਸਬਸਿਡੀ ਅੰਡਰ ਬੈਂਕ ਟਾਈ ਅਪ ਲੋਨਿੰਗ ਸਕੀਮ ਇਸ ਵਿੱਚ 5 ਕਰੋੜ ਰੁਪਏ ਦਾ ਬਜਟ ਦੀ ਮਨਜ਼ੂਰੀ ਦਿੱਤੀ ਗਈ ਹੈ। ਕਾਰਪੋਰੇਸ਼ਨ ਵੱਲੋਂ ਚਲਾਈ ਜਾ ਰਹੀ ਬੈਕ ਐਂਡ ਸਬਸਿਡੀ ਇਨਸੈਂਟਿਵ ਸਕੀਮ ਇਸ ਵਿੱਚ 57 ਲੱਖ ਰੁਪਏ ਦੀ ਮਨਜ਼ੂਰੀ ਦਿੱਤੀ ਗਈ ਹੈ। ਕੈਪੀਟਲ ਕੰਟਰੀਬਿਊਸ਼ਨ ਟੂ ਪੀਐਸਸੀਐਫਸੀ ਸਕੀਮ ਇਸ ਦੇ ਵਿੱਚ 2023-24 ਦੌਰਾਨ ਕੋਈ ਫੰਡ ਜਾਰੀ ਨਹੀਂ ਕੀਤੇ ਗਏ ਕਿਉਂਕਿ ਭਾਰਤ ਸਰਕਾਰ ਵੱਲੋਂ ਇਹ ਸਕੀਮ ਪੀਐਫਐਮਐਸ ਪੋਰਟਲ ਵਿੱਚ ਔਨਬੋਰਡ ਨਾ ਹੋਣ ਕਰਕੇ ਸਟੇਟ ਸ਼ੇਅਰ ਤੇ ਸੈਂਟਰ ਸ਼ੇਅਰ ਦੀ ਰਕਮ ਜਾਰੀ ਨਹੀਂ ਕੀਤੀ ਗਈ ਸੀ ਤੇ ਇਸ ਨੂੰ ਦਰੁਸਤ ਕਰਾਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। ਸਾਲ 2023-24 ਦੌਰਾਨ 286 ਲਾਭਪਾਤਰੀਆਂ ਨੂੰ 5.10 ਕਰੋੜ ਰੁਪਏ ਦਾ ਕਰਜ਼ਾ ਵੰਡਿਆ ਜਾ ਚੁੱਕਿਆ ਹੈ ਤੇ ਸਾਲ 2021 ਤੋਂ ਹੁਣ ਤੱਕ 2 ਕਰਮਚਾਰੀਆਂ ਵੱਲੋਂ ਅਪਲਾਈ ਕੀਤਾ ਗਿਆ ਸੀ ਸ਼ੋਰਟੀ ਪਾਉਣ ਲਈ। ਇਸ ਵਿੱਚ ਸ਼੍ਰੀ ਦਵਿੰਦਰ ਸਿੰਘ ਜਿਨ੍ਹਾਂ ਨੇ ਸਰਵਿਸ ਸ਼ੋਰਟੀ ਲਈ ਅਪਲਾਈ ਕੀਤਾ ਸੀ ਤੇ ਇਹਨਾਂ ਨੂੰ ਇਸ ਸੰਬੰਧੀ ਲੋੜੀਂਦਾ ਸਰਟੀਫਿਕੇਟ ਜਨਰਲ ਐਡਮਿਨਿਸਟ੍ਰੇਸ਼ਨ ਡਿਪਾਰਟਮੈਂਟ ਵੱਲੋਂ ਜਾਰੀ ਕੀਤਾ ਗਿਆ ਸੀ ਤੇ ਦੂਜੇ ਸ਼੍ਰੀ ਬਲਜੀਤ ਸਿੰਘ ਜੀ ਜਿਨ੍ਹਾਂ ਨੂੰ ਇਹ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ ਸੀ ਔਰ ਕੇਸ ਦਾਖਲ ਦਫ਼ਤਰ ਕੀਤਾ ਗਿਆ ਸੀ। ਸਰਦਾਰ ਸੁਖਵਿੰਦਰ ਸਿੰਘ ਕੋਟਲੀ। ਸਰ ਮੈਨੂੰ ਬੜੇ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਹੜੀ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਸਹੂਲਤ ਦੇਣ ਵਾਸਤੇ ਪੰਜਾਬ ਕਾਰਪੋਰੇਸ਼ਨ ਫਾਈਨੈਂਸ਼ੀਅਲ ਕਾਰਪੋਰੇਸ਼ਨ ਬਣਾਈ ਹੈ, ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਦੱਸਿਆ ਕਿ ਉਹਦੇ ਅੰਦਰ ਸਿਰਫ ਜਿਹੜਾ ਉਹ 5 ਕਰੋੜ ਰੁਪਈਆ ਜਿਹੜਾ 5.10 ਜਿਹੜਾ ਹੈ, ਜਦ ਕਿ ਮੇਰੇ ਕੋਲ ਬਜਟ ਦੀ ਕਾਪੀ ਆ ਮੈਂ ਲੈ ਕੇ ਆਇਆ। ਮਾਨਯੋਗ ਫਾਈਨਾਂਸ ਮਿਨਿਸਟਰ ਸਾਹਿਬ ਵੀ ਇੱਥੇ ਬੈਠੇ ਆ। ਉਹਨਾਂ ਨੇ ਕਿਹਾ ਕਿ ਸਾਲ 2223 ਦੇ ਅੰਦਰ 8678 ਕਰੋੜ ਰੁਪਏ ਜਿਹੜੇ ਅਸੀਂ ਅਨੁਸੂਚਿਤ ਜਾਤੀਆਂ ਦੀ ਭਲਾਈ ਵਾਸਤੇ ਖਰਚ ਕਰਾਂਗੇ ਔਰ ਉਹਨਾਂ ਨੇ ਕਿਹਾ ਖਾਸ ਜਿਹੜਾ ਉਹਦੇ ਕੰਪੋਨੈਂਟ ਦੇ ਤਹਿਤ ਅਨੁਸੂਚਿਤ ਜਾਤੀਆਂ ਦੇ ਲਈ ਸਾਲ 2223-24 ਦੇ ਦੌਰਾਨ 13,878 ਕਰੋੜ ਰੁਪਏ ਹੋਰ ਰੱਖਾਂਗੇ। ਸਰ ਬੜੀ ਹੈਰਾਨੀ ਦੀ ਗੱਲ ਹੈ ਕਿ 92 ਵਿਧਾਇਕ ਚੁਣ ਕੇ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਆਮ ਆਦਮੀ ਪਾਰਟੀ ਦੇ ਆਏ ਹੋਣ ਤੇ ਗਰੀਬਾਂ ਦੇ ਲਈ ਬਜਟ 5 ਕਰੋੜ ਸਿਰਫ ਰੱਖਿਆ ਜਾਵੇ ਉਹਨਾਂ ਨੂੰ ਕਰਜ਼ਾ ਦੇਣ ਦੇ ਲਈ। ਇਹ ਕਿਹੜੀ ਨੀਤੀ ਹੈ ਸਰਕਾਰ ਦੀ ਕਿ ਉਹਨਾਂ ਗਰੀਬਾਂ ਦੇ ਉਥਾਨ ਦੇ ਵਾਸਤੇ ਜਿਹੜਾ ਹੈ ਤੁਸੀਂ ਉਹਨਾਂ ਨੂੰ ਉੱਪਰ ਲੈ ਕੇ ਆਉਂਗੇ। ਮੈਨੂੰ ਮੰਤਰੀ ਸਾਹਿਬ ਜਵਾਬ ਦੇਣ ਕਿ ਕੀ ਸਰਕਾਰ ਦੇ ਕੋਲ ਸਮਾਂ ਤਾਂ ਖਤਮ ਹੋਣ ਵਾਲਾ ਸਾਲ ਜਿਹੜਾ ਹੈ ਉਹ ਖਤਮ ਹੋ ਜਾਣਾ ਮਾਰਚ ਦੇ ਅੰਦਰ, ਕਿ 2-3 ਮਹੀਨੇ ਦੇ ਅੰਦਰ ਕੋਈ ਅਜਿਹਾ ਪਲਾਨ ਸਰਕਾਰ ਕਰੇਗੀ ਕਿ ਜਿਹੜੇ ਗਰੀਬਾਂ ਨੂੰ ਬਜਟ ਦੇ ਅਨੁਸਾਰ ਜਿਹੜਾ ਸੈਂਕੜੇ ਕਰੋੜਾਂ ਰੁਪਈਆਂ ਦੇ ਵਿੱਚ ਬਜਟ ਹੈ ਉਹ ਬਜਟ ਦੇ ਵਿੱਚ ਗਰੀਬ ਲੋਕਾਂ ਨੂੰ ਜਿਹੜਾ ਆ ਉਹ ਕੰਮ ਚਲਾਉਣ ਵਾਸਤੇ ਕੋਈ ਜਿਹੜਾ
ਉਹ ਰਾਹਤ ਦਿੱਤੀ ਜਾਏਗੀ। ਇਹਨੂੰ ਮੰਤਰੀ ਸਾਹਿਬ ਜ਼ਰੂਰ ਦੱਸਣ। ਜੀ ਮੰਤਰੀ ਜੀ। ऑनरेबल स्पीकर साहब, जिस तरह के शेयर कैपिटल कंट्रीब्यूशन टू PSCFC जिहदे के सेंटर गवर्नमेंट वालों PFMS पोर्टल जड़ा ऑन बोर्ड ना करके पेंडिंग है, सो उहदे लई साडी पूरी कोशिश है कि आउण वाले नेड़ले समय विच असीं इहनूं ऑन बोर्ड करवा के जिवें कि 286 लाभपात्रियों नूं पहलां असीं लाभ दे चुके हाँ ਤੇ 97 ਕੇਸ ਸਾਡੇ ਇਸੇ ਕਰਕੇ ਪੈਂਡਿੰਗ ਨੇ, ਉਹ ਅਸੀਂ ਜਲਦੀ ਨਿਪਟਾਰਾ ਕਰਾਂਗੇ। ਔਰ ਉਸ ਤੋਂ ਬਾਅਦ ਜਿਹੜਾ ਅਸੀਂ ਟਾਰਗੇਟ ਰੱਖਿਆ ਸੀ 1100 ਲਾਭਪਾਤਰੀਆਂ ਦਾ, ਉਹਨੂੰ ਵੀ ਅਸੀਂ ਛੇਤੀ ਨਿਪਟਾਉਣ ਦੀ ਕੋਸ਼ਿਸ਼ ਕਰਾਂਗੇ। ਜੀ ਜੀ ਕੋਟਲੀ ਸਾਹਿਬ ਜੀ। ਬਜਟ ਦੇ ਅਨੁਸਾਰ ਰੱਖਿਆ ਗਿਆ, ਇਹਨੂੰ ਖਰਚ ਕਰਨ ਦੇ ਲਈ ਜਾਂ ਦੇਣ ਦੇ ਲਈ ਕੋਈ ਸਮਾਂ ਸੀਮਾ ਕੋਈ ਤੈਅ ਕੀਤੀ ਜਾਏਗੀ? ਹਾਲੇ ਤੱਕ ਸ਼ਗਨ ਸਕੀਮਾਂ ਦਾ ਸਰ ਇੱਕ ਮਿੰਟ ਜੀ ਪਲੀਜ਼, ਬੜੇ ਚਿਰ ਬਾਅਦ ਬੋਲਣ ਦਾ ਮੌਕਾ ਮਿਲਿਆ। 51000 ਰੁਪਇਆ ਸਰਕਾਰ ਨੇ ਕਿਹਾ ਕਿ 31000 ਤੋਂ 51000 ਰੁਪਇਆ ਸ਼ਗਨ ਸਕੀਮਾਂ ਦਾ ਦੇਾਂਗੇ। ਮੇਰਾ ਜਲੰਧਰ ਜ਼ਿਲ੍ਹਾ ਆਇਆ ਸਾਲ ਦਾ ਇੱਕ ਵੀ ਪੈਸਾ ਲੋਕਾਂ ਨੂੰ ਨਹੀਂ ਮਿਲਿਆ। 1500 ਤੋਂ ਪੈਨਸ਼ਨ ਵਧਾ ਕੇ ਤੁਸੀਂ ਕਿਹਾ 2500 ਕਰਨੀ ਆ, ਇੱਕ ਨੂੰ ਵੀ ਪੈਨਸ਼ਨ ਨਹੀਂ ਦਿੱਤੀ। 1000 ਰੁਪਇਆ ਗਰੀਬ ਲੋਕਾਂ ਨੂੰ ਤੁਸੀਂ ਕਿਹਾ ਅਸੀਂ ਦੇਣ। ਸਰ ਮੈਨੂੰ ਬੋਲਣ ਦਿਓ ਪਲੀਜ਼। ਤੁਸੀਂ ਸਪਲੀਮੈਂਟਰੀ ਪੁੱਛ ਲਓ। ਸਪਲੀਮੈਂਟਰੀ ਬੋਲ ਰਿਹਾ ਇਹ 0 ਆਵਰ ਬੋਲਣਾ ਨਹੀਂ ਹੁੰਦਾ। ਬਜਟ ਦੇ ਅੰਦਰ ਹੈ ਤੁਸੀਂ ਇਹ ਪੈਸਾ ਜਿਹੜਾ ਪੈਨਸ਼ਨ ਦਾ ਪੈਸਾ ਮੰਤਰੀ ਜੀ ਜਵਾਬ ਦਿਓ ਜੀ, ਜਵਾਬ ਦਿਓ ਜੀ, ਜਵਾਬ ਦਿਓ ਜੀ। ऑनरेबल स्पीकर साहब जी जी मैं ਮੈਂਬਰ ਸਾਹਿਬ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ SC ਕਾਰਪੋਰੇਸ਼ਨ ਦੀ ਲੋਨ ਦਾ ਸਵਾਲ ਕੀਤਾ ਗਿਆ ਸੀਗਾ, ਔਰ ਮੈਂ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਸਰਕਾਰ ਵੱਲੋਂ ਵੱਖ-ਵੱਖ ਜਗ੍ਹਾ ਤੇ ਕੈਂਪ ਵੀ ਲਗਾਏ ਗਏ, ਔਰ ਇਹਦੇ ਵਿੱਚ ਸਾਡੇ ਇਕੱਲੇ SC ਭਰਾ ਨਹੀਂ, ਹੈਂਡੀਕੈਪ ਡਿਪਾਰਟਮੈਂਟ ਵੀ ਆਉਂਦਾ ਜਿਹਨੂੰ ਅਸੀਂ ਲੋਨ ਦਿੰਨੇ ਆ, ਅਸੀਂ ਉਹਦੇ ਲਈ ਵੀ ਲੋਨ ਲਗਾਏ ਗਏ। ਔਰ ਮੈਨੂੰ ਲੱਗਦਾ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ਕਿ ਲੋਨ ਜਿਹੜਾ ਇਹ ਕੈਂਪ ਲਗਾ ਕੇ ਦਿੱਤੇ ਜਾਣ। ਸੋ ਅਸੀਂ ਇਹ ਨਿਵੇਕਲੀ ਪਹਿਲ ਵੀ ਕੀਤੀ ਸੀ। ਸਮਾਂ ਜ਼ਰੂਰ ਲੱਗ ਰਿਹਾ, ਪਰ ਇਸ ਨੂੰ ਅਸੀਂ ਲਾਈਨ ਤੇ ਲੈ ਕੇ ਆਉਣ ਲਈ ਪੂਰੀ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ। 52 ਲੱਖ ਰੁਪਇਆ ਲੋਨ ਦਿੱਤਾ ਗਿਆ, ਕਹਿੰਦੇ ਜੀ ਪੂਰੇ ਪੰਜਾਬ 'ਚ ਕੈਂਪ ਲਾਇਆ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਜੀ। ਥੈਂਕ ਯੂ। ਆਪਾਂ ਹੁਣ ਇਹ ਵੱਖਰਾ ਸਵਾਲ ਤੁਸੀਂ ਦੇ ਦਿਓ, ਜਵਾਬ ਦੇ ਦੇਣਗੇ। ਪਲੀਜ਼ ਬੈਠੋ 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 ਬੈਠੋ। ਹਾਂਜੀ ਤੁਹਾਡੇ 2 ਸਪਲੀਮੈਂਟਰੀਆਂ ਹੋ ਗਈਆਂ ਸਰ। ਵਜ਼ੀਰ ਸਾਹਿਬ ਨੇ ਆਪਣਾ ਜਵਾਬ ਦੇ ਦਿੱਤਾ। ਜੇ ਹੋਰ ਕੋਈ ਡਿਟੇਲ ਚਾਹੀਦੀ ਹੈ ਤੁਸੀਂ ਲਿਖਤੀ ਤੌਰ ਤੇ ਉਹਨਾਂ ਨੂੰ ਦੇ ਦਿਓ, ਦੇ ਦੇਣਗੇ। ਇਸੇ ਨਾਲ ਹੀ ਰਿਲੇਟਡ ਹੈ ਕਿ ਤੁਸੀਂ 8678 ਕਰੋੜ ਰੁਪਇਆ ਤੁਸੀਂ ਕਿਹਾ ਕਿ ਪੁਰਾਣੀ ਸਰਕਾਰ ਦੇ ਨਾਲੋਂ 17% ਅਸੀਂ ਇਹਦੇ ਵਿੱਚ ਵਾਧਾ ਕੀਤਾ। ਮੰਤਰੀ ਸਾਹਿਬ ਇਹਨੂੰ ਸਮਾਂ ਸੀਮਾ ਬਾਉਂਡ ਕਰ ਦੇਣ ਕਿ 31 ਮਾਰਚ ਤੋਂ ਪਹਿਲਾਂ ਜਿੰਨਾ ਪੈਸਾ ਰੱਖਿਆ ਗਿਆ ਸੀ ਰਿਲੀਜ਼ ਕਰਾਂਗੇ। ਠੀਕ ਹੈ, ਠੀਕ ਹੈ, ਥੈਂਕ ਯੂ। ਸਰਦਾਰ ਕੁਲਜੀਤ ਸਿੰਘ ਰੰਧਾਵਾ। 806। ਡਾਕਟਰ ਬਲਬੀਰ ਸਿੰਘ ਸਿਹਤ ਤੇ ਪਰਿਵਾਰ ਭਲਾਈ ਮੰਤਰੀ। ਮਾਨਯੋਗ ਸਪੀਕਰ ਸਾਹਿਬ, ਮੈਂ ਤੁਹਾਡੇ ਥਰੂ ਮਾਨਯੋਗ ਮੈਂਬਰ ਨੂੰ ਦੱਸਣਾ ਚਾਹੁੰਦਾ ਕਿ ਜ਼ੀਰਕਪੁਰ ਦੇ ਵਿੱਚ ਆਲਰੇਡੀ ਕਮਿਊਨਿਟੀ ਹੈਲਥ ਸੈਂਟਰ ਕੰਮ ਕਰ ਰਿਹਾ ਜੀ, ਜਿਹਦੇ ਵਿੱਚ ਸਾਰੇ ਸਪੈਸ਼ਲਿਸਟ ਮੈਡੀਕਲ, ਸਰਜੀਕਲ, ਪੀਡੀਆਟ੍ਰਿਕਸ, ਈਵਨ ਬੇਹੋਸ਼ੀ ਦੇ ਡਾਕਟਰ ਔਰ ਗਾਇਨੀ ਦੇ ਡਾਕਟਰ ਸਾਰੇ ਉੱਥੇ ਹੈਗੇ ਆ ਜੀ, ਔਰ 3 ਐਮਰਜੈਂਸੀ ਵੀ ਹੈਗੇ ਔਰ ਐਮਰਜੈਂਸੀ ਸਰਵਿਸਿਜ਼ ਵੀ ਦੇ ਰਹੇ ਹਾਂ। ਬਟ ਅਜੇ ਫਿਲਹਾਲ ਉਹਨੂੰ ਜਿਹੜਾ ਹੈਗਾ ਉੱਥੇ ਸਬ ਡਿਵੀਜ਼ਨ ਹਸਪੀਟਲ ਆਲਰੇਡੀ ਡੇਰਾਬੱਸੀ ਦੇ ਵਿੱਚ ਕੰਮ ਕਰ ਰਿਹਾ 50 ਬੈੱਡਡ, ਤੇ ਉਹਨੂੰ ਅਪਗ੍ਰੇਡ ਕਰਕੇ ਸਬ ਡਿਵੀਜ਼ਨ ਹਸਪੀਟਲ ਬਣਾਉਣ ਦੀ ਕੋਈ ਪ੍ਰਪੋਜ਼ਲ ਨਹੀਂ ਹੈ। ਬਟ ਸਰਕਾਰ ਦੇ ਵਿਚਾਰ ਅਧੀਨ ਹੈ ਕਿ ਇਹਦੇ ਜਿਹੜੇ ਬੈੱਡਸ ਆ ਉਹਨਾਂ ਨੂੰ 30 ਤੋਂ ਵਧਾ ਕੇ 50 ਇਹਨੂੰ ਜਿਹੜਾ ਹੈਗਾ ਇਹ ਨਾਨ ਫਸਟ ਰੈਫਰਲ ਯੂਨਿਟ ਜਿਹਨੂੰ ਅਸੀਂ FRU ਕਹਿੰਦੇ ਆ, CSC ਨੂੰ ਅਪਗ੍ਰੇਡ ਕਰਕੇ ਫਸਟ ਰੈਫਰਲ ਯੂਨਿਟ CSC ਬਣਾਤਾ ਜਾਵੇ। ਇਹਦੇ 'ਚ ਬੈੱਡਸ ਇਨਕਰੀਜ਼ ਕਰਨ ਦੀ ਪ੍ਰਪੋਜ਼ਲ ਹੈ। ਥੈਂਕ ਯੂ। ਰੰਧਾਵਾ ਸਾਹਿਬ। ਸਤਿਕਾਰਯੋਗ ਸਪੀਕਰ ਸਾਹਿਬ, ਮੈਂ ਮਾਣਯੋਗ ਮੰਤਰੀ ਜੀ ਨੂੰ ਇਹਨਾਂ ਦੇ ਧਿਆਨ 'ਚ ਵੀ ਲਵਾਉਣਾ ਚਾਹਾਂਗਾ ਕਿ ਜ਼ੀਰਕਪੁਰ ਪੰਜਾਬ ਦਾ ਉਹ ਹਲਕਾ ਸ਼ਹਿਰ ਹੈ ਕਿ ਅੱਜ ਡੇਰਾਬੱਸੀ ਹਲਕੇ ਦਾ ਸਭ ਤੋਂ ਵੱਡਾ ਜਿਹੜਾ ਸ਼ਹਿਰ ਹੈ ਜ਼ੀਰਕਪੁਰ ਹੈ, ਜਿਹਦੀ ਆਬਾਦੀ 4.5 ਤੋਂ 5 ਲੱਖ ਦੇ ਕਰੀਬ ਹੋ ਚੁੱਕੀ ਹੈ ਔਰ 1.25 ਲੱਖ ਦੇ ਕਰੀਬ ਜ਼ੀਰਕਪੁਰ ਕੱਲੇ ਦੀ ਵੋਟ ਹੈ। ਸਾਡਾ ਉਸ ਹਸਪੀਟਲ ਨਾਲ ਗੁਜ਼ਾਰਾ ਨਹੀਂ ਹੁੰਦਾ
ਉਹਦਾ ਕਾਰਨ ਕੀ ਹੈ ਕਿ ਅੱਜ ਕੌਂਸਟੀਚੁਐਂਸੀਆਂ ਦੀ ਵੋਟ ਵੀ 1.5 ਲੱਖ ਹੁੰਦੀ ਹੈ, ਜਦਕਿ ਜ਼ੀਰਕਪੁਰ ਦੀ 1.25 ਲੱਖ ਵੋਟ ਹੋ ਚੁੱਕੀ ਹੈ। ਮੈਂ ਸਰਕਾਰ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਮੰਤਰੀ ਸਾਹਿਬ ਦੇ ਆਪ ਦੇ ਜਰੀਏ ਕਿ ਜ਼ੀਰਕਪੁਰ ਜਿਹੜਾ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਸ਼ਾਇਦ ਉਹ ਅਲੱਗ ਕੌਂਸਟੀਚੁਐਂਸੀ ਬਣ ਜਾਵੇ। ਅੱਜ ਉੱਥੇ ਨੇ ਮਾੜੇ ਹਾਲਾਤ ਨੇ। ਜੇ ਸਰਕਾਰ ਆ ਮੁਹੱਲਾ ਕਲੀਨਿਕ ਵਰਗੀ ਜਿਹੜੀ ਦਾਤ ਦਿੱਤੀ ਹੈ ਪੰਜਾਬ ਨੂੰ, ਨਾ ਉਧਰ ਜ਼ੀਰਕਪੁਰ ਦਿੱਤਾ ਹੁੰਦਾ ਤਾਂ ਬਹੁਤ ਮਾੜੇ ਹਾਲਾਤ 'ਚੋਂ ਜ਼ੀਰਕਪੁਰ ਨੇ ਨਿਕਲਣਾ ਸੀ। ਮੇਰੀ ਬੇਨਤੀ ਹੈ, ਅਪੀਲ ਹੈ ਕਿ ਆਉਣ ਵਾਲੇ ਸਮੇਂ 'ਚ ਇਹਨੂੰ ਜ਼ਰੂਰ ਵਿਚਾਰਿਆ ਜਾਵੇ ਔਰ ਵੱਡਾ ਹਸਪੀਟਲ ਦਿੱਤਾ ਜਾਵੇ। ਅਪੀਲ ਨਹੀਂ ਕਰਨੀ, ਤੁਸੀਂ ਸਵਾਲ ਪੁੱਛਣਾ ਜੀ। ਜੀ ਸਰ, ਜ਼ੀਰਕਪੁਰ ਅਜੇ ਸਬ ਡਿਵੀਜ਼ਨ ਨਹੀਂ ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਆਲਰੇਡੀ ਸਬ ਡਿਵੀਜ਼ਨਲ ਹਸਪੀਟਲ ਡੇਰਾਬੱਸੀ 'ਚ ਕੰਮ ਕਰ ਰਿਹਾ ਔਰ ਇਹਨਾਂ ਦੇ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਉਹ ਇੱਕ ਮੈਡੀਕਲ ਕਾਲਜ ਵੀ ਕੰਮ ਕਰ ਰਿਹਾ ਔਰ ਪੋਪੂਲੇਸ਼ਨ ਨੌਰਥ ਦੇ ਹਿਸਾਬ ਨਾਲ ਉੱਥੇ ਕਮਿਊਨਿਟੀ ਹੈਲਥ ਸੈਂਟਰ ਹੀ ਅਲਾਉਡ ਹੈ। ਔਰ ਲੇਕਿਨ ਅਸੀਂ ਉਹਦੇ ਵਿੱਚ ਇਹਨਾਂ ਦੀ ਡਿਮਾਂਡ ਨੂੰ ਮਾਨਯੋਗ ਜੋ ਮੈਂਬਰ ਸਾਹਿਬਾਨ ਹੈ ਇਹਨਾਂ ਦੀ ਬੇਨਤੀ ਨੂੰ, ਰੰਧਾਵਾ ਸਾਹਿਬ ਦੀ ਬੇਨਤੀ ਨੂੰ ਮੁੱਖ ਰੱਖ ਕੇ ਸਰਕਾਰ ਨੇ ਫੈਸਲਾ ਕੀਤਾ ਕਿ ਉਹਦੀ ਕੈਪੈਸਿਟੀ ਵਧਾਈ ਜਾਵੇ, ਉਹਦੇ ਵਿੱਚ ਬੈੱਡਸ ਅਸੀਂ ਵਧਾਵਾਂਗੇ ਜੀ। ਥੈਂਕ ਯੂ। ਰੰਧਾਵਾ ਸਾਹਿਬ, ਮੇਰਾ ਸਪੀਕਰ ਸਾਹਿਬ ਤੁਹਾਡੇ ਜ਼ਰੀਏ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਜ਼ੀਰਕਪੁਰ ਜਿਹੜਾ ਅੱਜ ਬਹੁਤ ਜ਼ਿਆਦਾ ਵੱਡੀ ਕੈਪੈਸਿਟੀ ਲੋਕਾਂ ਦੀ ਹੋ ਚੁੱਕੀ ਹੈ, ਜਦੋਂ ਉੱਥੇ ਜਾਈਦਾ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਫੇਸ ਕਰਨੀਆਂ ਪੈਂਦੀਆਂ ਨੇ। ਮੈਂ ਮੰਤਰੀ ਸਾਹਿਬ ਨੂੰ, ਸਰਕਾਰ ਨੂੰ ਅਪੀਲ ਕਰਾਂਗੇ ਕਿ ਜਲਦੀ ਕੋਈ ਬਹੁਤ ਵੱਡਾ ਹਸਪੀਟਲ ਜ਼ੀਰਕਪੁਰ ਨੂੰ ਦਿੱਤਾ ਜਾਵੇ। ਅਪੀਲ ਨਹੀਂ ਕਰਨੀ, ਇੱਥੇ ਤੁਸੀਂ ਸਵਾਲ ਪੁੱਛਣਾ ਜੀ। ਰਾਣਾ ਇੰਦਰ ਪ੍ਰਤਾਪ ਸਿੰਘ। ਸਰ, ਕੁਐਸਚਨ ਨੰਬਰ 867। ਸ਼੍ਰੀ ਬ੍ਰਹਮ ਸ਼ੰਕਰ ਜਿੰਪਾ ਜੀ ਮਾਲ ਮੰਤਰੀ ਜਵਾਬ ਦੇਣਗੇ। ਮਾਨਯੋਗ ਸਪੀਕਰ ਸਾਹਿਬ, ਮੈਂ ਤੁਹਾਡੇ ਰਾਹੀਂ ਮਾਨਯੋਗ ਐਮਐਲਏ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਿਕ ਜਿਹਦੀ ਕਾਪੀ ਨਾਲ ਨੱਥੀ ਹੈ, ਨੁਕਸਾਨ ਦਾ ਮੁਆਵਜ਼ਾ ਅਨੁਮਾਨ ਤੇ ਅਦਾਇਗੀ ਸੰਬੰਧੀ ਉਪਬੰਧ ਕੀਤਾ ਗਿਆ ਹੈ, ਜਿਸ ਅਨੁਸਾਰ ਫਸਲਾਂ ਅਤੇ ਘਰੇਲੂ ਸਮਾਨ ਦੇ ਹੋਏ ਨੁਕਸਾਨ ਸੰਬੰਧੀ ਰਾਹਤ ਰਾਸ਼ੀ ਜਾਰੀ ਕੀਤੀ ਜਾਂਦੀ ਹੈ, ਉਹ ਜਾਰੀ ਕੀਤੀ। ਉਕਤ ਭਾਰਤ ਸਰਕਾਰ ਦੀਆਂ ਹਦਾਇਤਾਂ ਮਿਤੀ 11/7/2023 ਅਨੁਸਾਰ ਕੇਵਲ 5 ਏਕੜ ਤੱਕ ਵਾਲੇ ਕਿਸਾਨਾਂ ਨੂੰ ਹੀ ਮੁਆਵਜ਼ਾ ਦੇਣ ਦਾ ਉਪਬੰਧ ਹੈ। ਪੰਜਾਬ ਸਰਕਾਰ ਵੱਲੋਂ ਪੱਤਰ ਮਿਤੀ 24/7/2023 ਰਾਹੀਂ ਕੀਤੇ ਗਏ ਸਪੈਸ਼ਲ ਗਦਾਵਰੀ ਦੇ ਹੁਕਮਾਂ ਦੇ ਸਨਮੁਖ ਕੀਤੀ ਗਈ ਅਸੈਸਮੈਂਟ ਅਤੇ ਭਾਰਤ ਸਰਕਾਰ ਦੀਆਂ ਹਦਾਇਤਾਂ ਮਿਤੀ 11/7/2023 ਅਨੁਸਾਰ ਕਾਸ਼ਤਕਾਰਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਂਦਾ ਜੀ। ਰਾਣਾ ਜੀ। ਸਰ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਰਾਹੀਂ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਜਿੱਦਣ ਪੰਜਾਬ 'ਚ ਹੜ੍ਹ ਆਏ ਸੀ ਉਦਣ ਤੇ ਆਪਾਂ ਕਹਿੰਦੇ ਸੀ ਪੰਜਾਬ ਕੋ ਪੈਸੇ ਦੀ ਕਮੀ ਨਹੀਂ, ਸਾਨੂੰ ਸੈਂਟਰ ਤੋਂ ਪੈਸੇ ਲੈਣ ਦੀ ਲੋੜ ਨਹੀਂ, ਤੇ ਅਸੀਂ ਇਹ ਵਾਅਦਾ ਕੀਤਾ ਸੀ ਸਰਕਾਰ ਨੇ ਲੋਕਾਂ ਨਾਲ, ਚਾਹੇ ਕਿਸੇ ਦੀ ਫਸਲ ਖਰਾਬ ਹੋਈ ਹੋਵੇ ਪੂਰੀ, ਚਾਹੇ ਕਿਸੇ ਜ਼ਿਮੀਂਦਾਰ ਨੇ ਰੀਸੋਇੰਗ ਕੀਤੀ ਹੋਵੇ ਉਹਦੀ ਵੀ ਕੰਪਨਸੇਸ਼ਨ ਦੇਾਂਗੇ। ਇਹਦੇ ਤੋਂ ਇਲਾਵਾ ਕੁਝ ਹੋਰ ਚੀਜ਼ਾਂ ਵੀ ਸਰਕਾਰ ਨੇ ਐਗਰੀ ਕੀਤੀਆਂ ਸੀ ਵੀ ਉਹਨਾਂ ਦੀ ਵੀ ਕੰਪਨਸੇਸ਼ਨ ਦੇਾਂਗੇ। ਮੈਂ ਉਹ ਕਹਿਣਾ ਨਹੀਂ ਚਾਹੁੰਦਾ, ਐਟ ਦੀ ਐਂਡ ਆਫ ਦਾ ਡੇ 6800 ਰੁਪਈਆ ਅਸੀਂ ਸਰਕਾਰ ਜ਼ਿਮੀਂਦਾਰਾਂ ਨੂੰ ਦੇ ਰਹੇ ਹਾਂ, ਤੇ ਪੰਜਾਬ ਸਰਕਾਰ CACP ਨੂੰ ਲਿਖ ਕੇ ਦਿੰਦੀ ਆ ਕਿ ਝੋਨੇ ਦੀ ਕਾਸਟ ਕੀ ਆਉਂਦੀ ਆ, ਜਿਹਦੇ ਨਾਲ ਸਾਡੀ MSP ਡਿਸਾਈਡ ਹੁੰਦੀ ਆ ਕਿ ਉਹ 6800 ਰੁਪਈਆ। ਜੇ ਇਹਦੇ ਤੋਂ ਵੱਧ ਹੈ ਤੇ ਆਪਾਂ ਪਿਛਲੇ 3 ਮਹੀਨਿਆਂ 4 ਮਹੀਨਿਆਂ 'ਚ ਭਾਰਤ ਸਰਕਾਰ ਨਾਲ ਕਿਉਂ ਨਹੀਂ ਗੱਲ ਕੀਤੀ ਕਿ ਸਾਡੇ ਪੰਜਾਬ ਦੇ ਜ਼ਿਮੀਂਦਾਰ ਦੀ ਕਾਸਟ ਕੀ ਹੈ, ਜਿਹੜੀ ਕਾਸਟ ਹੈ ਉਹ ਸਾਨੂੰ ਪੰਜਾਬ ਸਰਕਾਰ ਨੂੰ ਸੈਂਟਰ ਤੋਂ ਲੈਣੀ ਚਾਹੀਦੀ ਆ। ਉਹਦੇ ਬਾਰੇ ਮੰਤਰੀ ਜੀ ਦੱਸਣ ਕੀ ਹੋਇਆ। ਤੇ ਜਿਹੜੇ 5 ਏਕੜ ਤੋਂ ਉੱਤੇ ਦੇ ਫਾਰਮਰ ਨੇ ਉਹਨਾਂ ਬਾਰੇ ਮੰਤਰੀ ਜੀ ਨੇ ਦੱਸਿਆ ਕਿ ਗਵਰਨਮੈਂਟ ਆਫ ਇੰਡੀਆ ਦੀ ਫਲਾਨੀ ਤਰੀਕ ਦੀ ਨੋਟੀਫਿਕੇਸ਼ਨ ਹੈ ਕਿ ਪੰਜਾਬ ਦੇ ਵਿੱਚ 5 ਏਕੜ ਤੋਂ ਉੱਤੇ ਜਿਹੜੇ 10 ਤੋਂ 15 ਏਕੜ ਦੇ ਜ਼ਿਮੀਂਦਾਰ ਹੈ, ਕੀ ਉਹ ਤਕੜੇ ਜ਼ਿਮੀਂਦਾਰ ਨੇ, ਕੀ ਉਹ ਆਪਦੀ ਘਰ ਦਾ ਗੁਜ਼ਾਰਾ ਕਰ ਸਕਦੇ ਆ ਜੇ ਉਹਨਾਂ ਕੋਲ 1 ਸਾਲ ਫਸਲ ਨਾ ਆਵੇ। ਤੇ ਜਿਹੜੀ ਮੇਰਾ ਤੀਜਾ ਇਹਦੇ 'ਚ ਪੁਆਇੰਟ ਸੀ ਉਹਦਾ ਜਵਾਬ ਮੰਤਰੀ ਜੀ ਨੇ ਵਿੱਚ ਹੀ ਦਿੱਤਾ। ਮੈਂ ਸਵਾਲ ਪੁੱਛਿਆ ਸੀਗਾ ਕਿ ਜਿਹੜੇ ਜ਼ਿਮੀਂਦਾਰ ਸਰਕਾਰੀ ਜ਼ਮੀਨਾਂ ਤੇ ਕਾਸ਼ਤ ਕਰਦੇ ਨੇ 50-50 ਸਾਲ ਤੋਂ ਉਹਨਾਂ ਦੇ ਨਾਲ ਗਰਦੌਰੀਆਂ ਰਜਿਸਟਰੀਆਂ ਉਹਨਾਂ ਦੇ ਨਾਂ ਹੋਈਆਂ ਸੀਗੀਆਂ ਪਰ ਉਹ ਕੈਂਸਲ ਹੋ ਗਈਆਂ, ਤੇ ਇਹਨਾਂ ਨੇ ਮੈਨੂੰ ਜਵਾਬ ਦਿੱਤਾ ਜਿਹੜੇ ਕਾਸ਼ਤਕਾਰ ਨੇ ਉਹਨਾਂ ਨੂੰ ਅਸੀਂ ਪੈਸੇ ਦੇਵਾਂਗੇ।
ਤੇ ਅੱਜ ਜਿਹੜਾ ਬੰਦਾ ਜ਼ਮੀਨ ਤੇ ਖੇਤੀ ਕਰ ਰਿਹਾ, ਗਰਦੌਰੀ ਉਹਦੀ ਨਾਂ ਹੈ ਤੇ ਉਹ ਕਾਸ਼ਤਕਾਰ ਮੰਨਿਆ ਜਾਂਦਾ। ਪੰਜਾਬ ਸਰਕਾਰ ਦੀ ਜਿਹੜੀ ਨੋਟੀਫਿਕੇਸ਼ਨ ਆਈ ਆ ਉਹਦੇ 'ਚ ਕੋਈ ਕਲੈਰਿਟੀ ਨਹੀਂ ਕਿ ਉਹਨਾਂ ਲੋਕਾਂ ਨੂੰ, ਜ਼ਿਮੀਂਦਾਰਾਂ ਨੂੰ ਕੰਪਨਸੇਸ਼ਨ ਦਿੱਤੀ ਜਾਵੇਗੀ ਹੜ੍ਹਾਂ ਦੀ ਜਾਂ ਨਹੀਂ। ਮੈਂ ਬੇਨਤੀ ਕਰੂੰਗਾ ਮੰਤਰੀ ਜੀ ਉਹਦੇ ਉੱਤੇ ਕਲੈਰਿਟੀ ਦੇ। ਮੰਤਰੀ ਜੀ। ਬਹੁਤ ਹੀ ਮਾਨਯੋਗ ਸਪੀਕਰ ਸਾਹਿਬ, ਮੈਂ ਐਮਐਲਏ ਸਾਹਿਬ ਨੂੰ ਦੱਸਣਾ ਚਾਹਨਾ ਕਿ ਪੰਜਾਬ 'ਚ ਪਹਿਲੀ ਸਰਕਾਰ ਹੈ ਜਿਹਨੇ 6800 ਰੁਪਈਆ ਪ੍ਰਤੀ ਏਕੜ ਜਿਹੜਾ ਹੈ ਮੁਆਵਜ਼ਾ ਦਿੱਤਾ ਪਨੀਰੀ ਦੇ ਉੱਤੇ। ਕਦੀ ਕਿਸੇ ਸਰਕਾਰ ਨੇ ਪਨੀਰੀ ਤੇ ਇੰਨਾ ਮੁਆਵਜ਼ਾ ਜਿਹੜਾ ਹੈ ਨਹੀਂ ਜਾਰੀ ਕੀਤਾ। ਔਰ ਜਿਹੜੀ ਸਪੈਸ਼ਲ ਗੋਦਾਵਰੀ ਆ ਉਹ ਲੱਗ ਕਰਵਾਈ ਹੈ। ਲੇਕਿਨ ਕਿਉਂਕਿ ਜਿਹੜੇ ਉਪਬੰਧ ਹੈਗੇ ਆ ਉਹਨਾਂ ਦੇ ਮੁਤਾਬਿਕ ਹੀ ਜਿਹੜਾ ਮੁਆਵਜ਼ਾ ਜਾਰੀ ਕੀਤਾ ਜਾਂਦਾ, ਲੇਕਿਨ 6800 ਰੁਪਏ ਦਾ ਜਿਹੜਾ ਮੁਆਵਜ਼ਾ ਹੈ ਪਨੀਰੀ ਲਈ ਅੱਜ ਤੱਕ ਨਹੀਂ ਸੀਗਾ, ਲੇਕਿਨ ਫਿਰ ਵੀ ਦਿੱਤਾ ਗਿਆ। ਇਹ ਜ਼ਿਮੀਂਦਾਰਾਂ ਲਈ ਇੱਕ ਵੱਡਾ ਸੀਗਾ, ਉਪਰਾਲਾ ਸੀਗਾ ਜਿਹੜਾ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕੀਤਾ। ਸੋ ਜ਼ਿਮੀਂਦਾਰ ਵੀ ਇਸ ਤੋਂ ਬਹੁਤ ਖੁਸ਼ ਸੀਗੇ ਇਸ ਗੱਲ ਤੋਂ ਵੀ 6800 ਰੁਪਇਆ, ਕਿਉਂਕਿ ਪਨੀਰੀ ਜਿਹੜੀ ਸੀਗੀ ਉਹਦਾ ਲਗਾਈ ਗਈ ਸੀ। ਥੈਂਕ ਯੂ ਮੰਤਰੀ। ਚਲ ਮੰਤਰੀ ਜੀ ਤੁਹਾਨੂੰ ਆਣੀਆਂ ਚਾਹੀਦੀਆਂ, ਮੇਰੀ ਗੱਲ ਸਮਝੋ। ਪਨੀਰੀ ਕਹਿੰਦੇ ਫਿਰ ਜਦੋਂ ਬੀਜਦੇ ਆ ਉਹਨੂੰ ਪਨੀਰੀ ਕਹਿੰਦੇ ਆ। ਜੇ ਪਨੀਰੀ ਲਾਵਾਂਗੇ ਤੇ ਤਾਂ ਹੀ ਜੀਰੀ ਹੋਣੀ ਹੈ। ਆਪਣਾ ਰਾਣਾ ਜੀ ਤੁਹਾਡਾ ਕੋਈ ਸਪਲੀਮੈਂਟਰੀ ਹੈ? ਸੈਕੰਡ ਸਪਲੀਮੈਂਟ ਸਰ ਮੈਂ ਮੰਤਰੀ ਜੀ ਦੇ ਧਿਆਨ ਚ ਲਿਆਉਣਾ ਚਾਹੁੰਦਾ ਤੁਹਾਡੇ ਰਾਹੀਂ ਕਿ ਪੁਰਾਣੀਆਂ ਸਰਕਾਰਾਂ ਨੇ, ਮੈਂ ਫਾਇਦਾ ਜਾਂ ਕਿਸੇ ਦਾ ਪੱਖਪਾਤ ਨਹੀਂ ਕਰਦਾ, ਸੋਲੂਸ਼ਨ ਕੱਢ ਰਿਹਾ ਇਹਦਾ। ਪੁਰਾਣੀਆਂ ਸਰਕਾਰਾਂ ਨੇ 5 ਏਕੜ ਤੋਂ ਉੱਤੇ ਦੇ ਜ਼ਿਮੀਂਦਾਰਾਂ ਨੂੰ ਕੰਪਨਸੇਸ਼ਨ ਦਿੱਤੀ। ਪੰਜਾਬ ਸਰਕਾਰ ਦਾ ਇੱਕ ਪੁਰਾਣਾ ਆਰਡਰ ਹੈਗਾ ਜਿਹੜਾ ਕੱਢ ਕੇ ਦੇਖ ਲਿੱਤਾ ਜਾਵੇ, ਜੇ ਚ ਲਿਖਿਆ ਹੋਵੇ ਜਿਹੜਾ ਬੰਦਾ ਕਾਸ਼ਤ ਕਰ ਰਿਹਾ ਉਹਨੂੰ ਕੰਪਨਸੇਸ਼ਨ ਦਿੱਤੀ ਜਾਵੇ। ਜਿਹੜੇ ਬੰਦੇ ਦੇ ਨਾਂ ਜ਼ਮੀਨ ਨਹੀਂ ਹੈਗੀ ਉਹ ਕਾਸ਼ਤ ਕਰਦੇ ਆ, ਗਰਦੌਰੀ ਤੇ ਦਿੱਤੀ ਜਾਵੇ। ਨਹੀਂ ਤੇ ਉਹਨੇ ਜਿਹਦੇ ਤੋਂ ਜ਼ਮੀਨ ਠੇਕੇ ਤੇ ਲਿੱਤੀ ਆ ਉਹਦੇ ਪੇਪਰ ਪ੍ਰੋਪਰ ਬਣਾ ਕੇ ਤੇ ਜ਼ਿਮੀਂਦਾਰਾਂ ਨੂੰ ਕੰਪਨਸੇਸ਼ਨ ਦਿੱਤੀ ਜਾਵੇ। ਤੁਹਾਡੇ ਰਾਹੀਂ ਮੈਂ ਮੰਤਰੀ ਜੀ ਤੋਂ ਇਹ ਆਸ਼ਵਾਸਨ ਚਾਹੁੰਦਾ ਕਿ ਜਿਹੜੇ ਜ਼ਿਮੀਂਦਾਰ ਕਾਸ਼ਤ ਕਰ ਰਹੇ ਆ ਕਿ ਪੰਜਾਬ ਸਰਕਾਰ ਉਹਨਾਂ ਨੂੰ ਪ੍ਰੋਪਰ ਮੁਆਵਜ਼ਾ ਦੇਵੇਗੀ। ਜਿਨ੍ਹਾਂ ਦੀ ਮਲਕੀਅਤ ਹੈ ਨਹੀਂ, ਸਿਰਫ ਕਾਸ਼ਤਕਾਰ ਨੇ, ਕਿ ਉਹਨਾਂ ਲਈ ਕੋਈ ਮੁਆਵਜ਼ਾ ਦੇਣ ਦਾ ਉਪਬੰਧ ਹੈ? ਮੰਤਰੀ ਜੀ। ਬਿਲਕੁਲ ਸਪੀਕਰ ਸਾਹਿਬ, ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਕਿ ਮਾਨਯੋਗ ਮੁੱਖ ਮੰਤਰੀ ਜੀ ਨੇ ਪਹਿਲਾਂ ਹੀ ਇਹ ਸਾਰੇ ਨਿਰਦੇਸ਼ ਦਿੱਤੇ ਆ। ਡਿਪਟੀ ਕਮਿਸ਼ਨਰ ਰਾਹੀਂ ਜਿਹੜਾ ਕਾਸ਼ਤਕਾਰ ਹੈ ਉਹਨੂੰ ਵੀ ਉਹ ਮੁਆਵਜ਼ਾ ਦਿੱਤਾ ਜਾਂਦਾ ਹੈ। ਜਿਹੜਾ ਅਗਰ ਕਿਸੇ ਦਾ ਨਹੀਂ ਹੈ ਤਾਂ ਮੈਂ ਆਸ਼ਵਾਸਨ ਦਿੰਦਾ ਕਿਤੋਂ ਵੀ ਅਗਰ ਮੇਰੇ ਧਿਆਨ 'ਚ ਲਿਆਂਦੇ ਆ ਤੇ ਉਹਨੂੰ ਜ਼ਰੂਰ ਦਿੱਤਾ ਜਾਵੇਗਾ। ਰਾਣਾ ਜੀ ਤੁਹਾਡੀਆਂ 2 ਹੋ ਗਈਆਂ। ਔਰ ਰਾਣਾ ਜੀ ਗੱਲ ਕਰ ਰਿਹਾ, ਧੰਨਵਾਦ ਤੁਹਾਡਾ। ਜਿਹੜਾ ਬੰਦਾ ਕਾਸ਼ਤਕਾਰ ਹੋਵੇ ਲਿਸਟ ਮੈਂ ਲੈ ਕੇ ਆਉਂਗਾ ਤੁਹਾਡੇ ਕੋਲ ਤੇ ਕੰਪਨਸੇਸ਼ਨ ਤੁਸੀਂ ਪ੍ਰੋਵਾਈਡ ਕਰਨੀ ਆ। ਰਾਜਾ ਜੀ ਹੋ ਗਿਆ ਜੀ, ਹੋ ਗਿਆ ਸਾਹਿਬ। ਰਾਜਾ ਜੀ ਹਾਂ, ਸਪਲੀਮੈਂਟਰੀ ਰਾਜਾ ਜੀ ਨੂੰ ਦੇਤੀ ਜੀ। ਸਪੀਕਰ ਸਾਹਿਬ, ਵੈਸੇ ਤਾਂ ਜਿੰਪਾ ਜੀ ਨੇ ਵਿਸਤਾਰਪੂਰਵਕ ਦੱਸਤਾ ਤੇ ਸਾਰੇ ਹਾਊਸ ਨੂੰ ਤੇ ਪ੍ਰੈਸ ਵਾਲਿਆਂ ਨੂੰ ਵੀ ਸਮਝ ਆ ਗਈ ਹੈ ਵੀ ਜੀਰੀ ਪਨੀਰੀ। ਪਰ ਜਿਹੜਾ ਇੱਕ ਗੱਲ ਕਹੀ ਮੰਤਰੀ ਸਾਹਿਬ ਨੇ ਕਿ 6800 ਰੁਪਏ ਵਾਲੀ, ਅਸੀਂ 17000 ਰੁਪਇਆ ਗੁਲਾਬੀ ਸੁੰਡੀ ਦਾ ਮੁਆਵਜ਼ਾ ਸਰਕਾਰ ਚ ਦਿੰਦੇ ਰਹੇ ਆ। ਪਰ ਇੱਕ ਗੱਲ ਮੈਂ ਇਹ ਪੁੱਛਣਾ ਚਾਹੁੰਦਾ ਤੁਹਾਡੇ ਰਾਹੀਂ ਕਿ ਕਿਸੇ ਮੁਰਗੀ ਦਾ ਤੇ ਬੱਕਰੀ ਦਾ ਕੋਈ ਮੁਆਵਜ਼ਾ ਹੁਣ ਤੱਕ ਦਿੱਤਾ ਹੈ ਕਿ ਨਹੀਂ ਦਿੱਤਾ, ਇਹ ਪੁੱਛਣਾ ਚਾਹੁੰਦਾ ਜੀ। ਕੀ ਕਿਰਪਾ ਕਰਕੇ ਜਿੰਪਾ ਸਾਹਿਬ, ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਮੁਰਗੀ ਦਾ ਤੇ ਬੱਕਰੀ ਦਾ ਵੀ ਅਸੀਂ ਮੁਆਵਜ਼ਾ ਦੇਵਾਂਗੇ, ਕੀ ਹੁਣ ਤੱਕ ਕਿਸੇ ਦੀ ਬੱਕਰੀ ਤੇ ਮੁਆਵਜ਼ਾ ਜਾਂ ਬੱਕਰੀ ਦਾ ਜਾਂ ਮੁਰਗੀ ਦਾ ਦਿੱਤਾ ਹੈ? ਮੰਤਰੀ ਸਾਹਿਬ ਕਿਰਪਾ ਕਰਕੇ ਦੱਸੋ। ਤੁਸੀਂ ਇਹਦੇ ਵਾਸਤੇ ਵੱਖਰਾ ਸਵਾਲ ਦੇ ਦਿਓ ਸ਼੍ਰੀਮਤੀ ਸਰਬਜੀਤ ਕੌਰ ਮਾਣੂਕੇ। श्रीमती सर्वजीत कौर माणूके। सर प्रश्न नंबर 868।
ਸ਼੍ਰੀ ਲਾਲ ਚੰਦ ਜੰਗਲਾਤ ਮੰਤਰੀ ਜਵਾਬ ਦੇਣਗੇ। ਬਿਲਕੁਲ ਦਿੱਤਾ ਹੈ। ਜਿੱਥੇ ਸਪੈਸ਼ਲ ਗੋਦਾਵਰੀ ਚ ਆਇਆ ਉੱਥੇ ਬਕਾਇਦਾ ਦਿੱਤਾ। ਮਾਨਯੋਗ ਸਪੀਕਰ ਸਾਹਿਬ, ਵਣ ਵਿਭਾਗ ਵਿੱਚ ਕੰਮ ਕਰਦੇ ਦਿਹਾੜੀਦਾਰ ਕਾਮਿਆਂ ਨੂੰ ਪੰਜਾਬ ਸਰਕਾਰ ਪਰਸੋਨਲ ਵਿਭਾਗ ਵੱਲੋਂ ਜਾਰੀ ਕੀਤੀ ਗਈ ਪਾਲਿਸੀ ਮਿਤੀ 16/5/2023 ਅਨੁਸਾਰ 10 ਸਾਲ ਦੀ ਸੇਵਾ ਪੂਰੀ ਕਰਨ ਵਾਲੇ ਦਿਹਾੜੀਦਾਰ ਕਾਮਿਆਂ ਨੂੰ ਰੈਗੂਲਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਐੜਾ ਪੰਜਾਬ ਸਰਕਾਰ ਪਰਸੋਨਲ ਵਿਭਾਗ ਵੱਲੋਂ ਜਾਰੀ ਕੀਤੀ ਗਈ ਪਾਲਿਸੀ ਮਿਤੀ 16/5/2023 ਵਿੱਚ ਉਮਰ ਅਤੇ ਵਿਦਿਅਕ ਯੋਗਤਾ ਸੰਬੰਧੀ ਦਰਸਾਈਆਂ ਸ਼ਰਤਾਂ ਅਨੁਸਾਰ ਹੀ ਦਿਹਾੜੀਦਾਰ ਕਾਮਿਆਂ ਨੂੰ ਰੈਗੂਲਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇਸ ਬਾਰੇ ਦੱਸਿਆ ਜਾਂਦਾ ਹੈ ਕਿ ਵਣ ਵਿਭਾਗ ਪਰਸੋਨਲ ਵਿਭਾਗ ਵੱਲੋਂ ਨਿਰਧਾਰਿਤ ਕੀਤੀ ਪਾਲਿਸੀ ਨੂੰ ਲਾਗੂ ਕਰੇਗਾ। ਮਾਣੂਕੇ ਜੀ। ਸਪੀਕਰ ਸਾਹਿਬ ਤੁਹਾਡਾ ਧੰਨਵਾਦ। ਸਪੀਕਰ ਸਾਹਿਬ ਮੈਂ ਇੱਕੋ ਗੱਲ ਮੰਤਰੀ ਸਾਹਿਬ ਤੋਂ ਤੁਹਾਡੇ ਮਾਰਫਤ ਪੁੱਛਣਾ ਚਾਹੁੰਦੀ ਹਾਂ ਕਿ ਪੁਰਾਣੀਆਂ ਸਰਕਾਰਾਂ ਵੇਲੇ ਪੁਰਾਣੇ ਸਮੇਂ ਦੇ ਵਿੱਚ ਅੱਜ ਤੋਂ 25 ਤੋਂ 30 ਸਾਲ ਪਹਿਲਾਂ ਘੱਟ ਪੜ੍ਹੇ ਲਿਖੇ ਲੋਕ ਜਾਂ ਜਮਾ ਹੀ ਨਹੀਂ ਪੜ੍ਹੇ ਲਿਖੇ ਲੋਕ ਇਹਨਾਂ ਬੇਲਦਾਰ ਤੇ ਛੋਟੀਆਂ-ਛੋਟੀਆਂ ਪੋਸਟਾਂ ਤੇ ਭਰਤੀ ਹੋ ਗਏ। ਹੁਣ ਉਹ ਰਿਟਾਇਰਮੈਂਟ ਦੀ ਕਗਾਰ ਤੇ ਹੈ। ਮੈਂ ਮੰਤਰੀ ਸਾਹਿਬ ਨੂੰ ਇੰਨਾ ਹੀ ਕਹਿਣਾ ਚਾਹੂੰਗੀ ਵੀ ਆਪਾਂ ਨਵੀਂ ਪਾਲਿਸੀ ਬਣਾ ਲਈ ਨਵੇਂ ਲੋਕਾਂ ਲਈ। ਚਲੋ ਸਾਰਿਆਂ ਨੂੰ ਪੱਕੇ ਹੋਣਾ ਚਾਹੀਦਾ, ਆਪਣੀ ਜ਼ਰੂਰਤ ਵੀ ਹੈ ਇਸ ਸਮੇਂ ਲੋਕਾਂ ਦੀ। ਕੀ ਮੰਤਰੀ ਸਾਹਿਬ ਕੋਈ ਐਸੀ ਤਜਵੀਜ਼ ਲੈ ਕੇ ਆਉਣਗੇ ਜਿਹੜੇ ਉਹਨਾਂ ਨੂੰ ਵੀ ਬੈਨੀਫਿਟ ਮਿਲ ਸਕੇ? ਮੰਤਰੀ ਜੀ। ਸਪੀਕਰ ਸਾਹਿਬ, ਇਹ ਪਾਲਿਸੀ ਨਾ ਕੇਵਲ ਵਣ ਵਿਭਾਗ ਪੰਜਾਬ ਦੇ ਸਾਰੇ ਹੀ ਵਿਭਾਗਾਂ ਤੇ ਲਾਗੂ ਹੁੰਦੀ ਆ। ਸੋ ਅਸੀਂ ਸਤਿਕਾਰਯੋਗ ਮੈਂਬਰ ਸਾਹਿਬ ਦੀਆਂ ਭਾਵਨਾਵਾਂ ਨੂੰ ਸਾਬ ਕਮੇਟੀ ਨੂੰ ਜਾਣੂ ਕਰਾ ਦਿਆਂਗੇ। ਥੈਂਕ ਯੂ ਜੀ। ਸਰਦਾਰ ਕੁਲਵੰਤ ਸਿੰਘ। ਪ੍ਰਸ਼ਨ ਨੰਬਰ 869। ਸਰਦਾਰ ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਮੰਤਰੀ ਜਵਾਬ ਦੇਣਗੇ। ਮਾਨਯੋਗ ਸਪੀਕਰ ਸਾਹਿਬ, ਭਾਰਤ ਸਰਕਾਰ ਦੁਆਰਾ ਜਾਰੀ ਐਗਰੀਗੇਟਰ ਗਾਈਡਲਾਈਨਜ਼ 2020 ਅਨੁਸਾਰ ਪੰਜਾਬ ਵਹੀਕਲ ਐਗਰੀਗੇਟਰ ਡਰਾਫਟ ਰੂਲਜ਼ 2023 ਸਰਕਾਰ ਦੇ ਵਿਚਾਰ ਅਧੀਨ ਹੈ। ਇਸ ਰੂਲ ਦੇ ਤਹਿਤ ਕੈਬ ਟੈਕਸੀਆਂ ਜਿਵੇਂ ਉਬਰ, ਓਲਾ, ਬਲਬਲਾ, ਇਨ ਡਰਾਈਵ, ਰੈਪਿਡੋ ਨੂੰ ਲਾਇਸੈਂਸ ਜਾਰੀ ਕੀਤਾ ਜਾਣਾ ਹੈ। ਜੀ ਸਰਦਾਰ ਕੁਲਵੰਤ ਸਿੰਘ ਜੀ। ਸਪੀਕਰ ਸਾਹਿਬ, ਮੈਂ ਤੁਹਾਡੇ ਮਾਧਿਅਮ ਰਾਹੀਂ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਵੀ ਜਿਹੜੇ ਇਹ ਰੂਲ ਨੇ ਐਗਰੀਗੇਟਰ ਗਾਈਡਲਾਈਨਸ ਦੇ ਜਿਹੜੇ ਰੂਲ ਬਣਨੇ ਸੀ 2023, ਇਹ ਕਦੋਂ ਤੱਕ ਬਣ ਜਾਣਗੇ? ਕਿਉਂਕਿ ਹਜ਼ਾਰਾਂ ਹੀ ਟੈਕਸੀਆਂ ਨੇ ਜਿਹੜੀਆਂ ਬਿਨਾਂ ਲਾਇਸੈਂਸ ਤੇ ਸ਼ਹਿਰਾਂ ਦੇ ਵਿੱਚ ਘੁੰਮ ਰਹੀਆਂ ਨੇ, ਔਰ ਉਹ ਜਿਹੜੀਆਂ ਟੈਕਸੀਆਂ ਅਨਆਥੋਰਾਈਜ਼ ਘੁੰਮ ਰਹੀਆਂ ਨੇ, ਜਿਹੜੀਆਂ ਟੈਕਸੀਆਂ ਨੇ ਲਾਇਸੈਂਸ ਲਏ ਹੋਏ ਨੇ, ਉਹਨਾਂ ਨੂੰ ਉਹ ਬਹੁਤ ਜ਼ਿਆਦਾ ਨੁਕਸਾਨ ਵੀ ਪਹੁੰਚਾ ਰਹੀਆਂ ਨੇ, ਔਰ ਪੰਜਾਬ ਸਰਕਾਰ ਦਾ ਇੱਕ ਬੜਾ ਵੱਡਾ ਵਿੱਤੀ ਨੁਕਸਾਨ ਵੀ ਹੋ ਰਿਹਾ। ਕੀ ਮੰਤਰੀ ਜੀ ਮੈਨੂੰ ਇਹ ਦੱਸਣਗੇ ਵੀ ਇਹ ਰੂਲ ਕਦੋਂ ਤੱਕ ਬਣ ਕੇ ਤਿਆਰ ਹੋ ਜਾਣਗੇ, ਕਦੋਂ ਤੱਕ ਲਾਗੂ ਕਰ ਦਿਓਗੇ? ਸਰਦਾਰ ਲਾਲਜੀਤ ਸਿੰਘ ਭੁੱਲਰ। ਇਹ ਲਾਇਸੈਂਸ ਜਿਹੜੇ ਆ ਜਲਦੀ ਅਸੀਂ ਪੰਜਾਬ ਸਰਕਾਰ ਵੱਲੋਂ ਆਪਣੇ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਕਰ ਦਿੰਦੇ ਆ। ਬਾਕੀ ਜਿਹੜੀਆਂ ਉਬਰ, ਓਲਾ ਕੰਪਨੀ ਦੀਆਂ ਗੱਡੀਆਂ ਤਕਰੀਬਨ ਚੰਡੀਗੜ੍ਹ ਰਜਿਸਟਰਡ ਨੇ, ਤੇ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਟੈਕਸੀਆਂ ਚੱਲਦੀਆਂ ਪੀਲੀ ਪਲੇਟ ਤੇ, ਉਹਦੇ ਤੋਂ ਸਾਨੂੰ ਜਿਹੜੀ ਇਨਕਮ ਆ ਉਹ ਪੰਜਾਬ ਸਰਕਾਰ ਨੂੰ ਜਿਹੜੀ ਕਮਰਸ਼ੀਅਲ ਗੱਡੀ ਦੀ ਆ ਉਹ ਆਲਰੇਡੀ ਆ ਰਹੀ ਆ। ਜਿਹੜੀ ਕੋਈ ਗੱਡੀ ਇਹਨਾਂ ਕੰਪਨੀਆਂ ਦੇ ਵਿੱਚ ਵਾਈਟ ਪਲੇਟ 'ਚ ਚੱਲਦੀ ਆ ਤੇ ਉਹ ਜੇ ਪਤਾ ਲੱਗਦਾ ਉਦੋਂ ਫੜ ਕੇ ਚਲਾਨ ਕੀਤਾ ਜਾਂਦਾ। ਸਰਦਾਰ ਕੁਲਵੰਤ ਸਿੰਘ। ਮੈਂ ਮੰਤਰੀ ਜੀ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਜੀ ਬਈ ਜਿਹੜੇ ਇਹ ਕਹਿ ਰਹੇ ਨੇ ਵੀ ਚਲਾਨ ਕਰ ਕੀਤਾ ਜਾਂਦਾ, ਮੈਨੂੰ ਨਹੀਂ ਲੱਗਦਾ ਵੀ ਕੋਈ ਇਦਾਂ ਦੀ ਗੱਲ ਹੁੰਦੀ ਹੈ। ਕਿਉਂਕਿ ਮੈਂ ਬਹੁਤ ਵਾਰੀ ਧਿਆਨ 'ਚ ਲਿਆਂਦਾ, ਮੋਹਾਲੀ ਮੇਰੇ ਏਰੀਆ ਦੇ ਵਿੱਚ ਇੰਟਰਨੈਸ਼ਨਲ ਏਅਰਪੋਰਟ ਪੈਂਦਾ ਔਰ ਉੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਨੇ ਜਿਹੜੀਆਂ ਟੈਕਸੀਆਂ ਆਉਂਦੀਆਂ ਨੇ, ਜਿਹੜੀਆਂ ਅਥੋਰਾਈਜ਼ ਵੀ ਹੁੰਦੀਆਂ ਤੇ ਅਨਅਥੋਰਾਈਜ਼ ਵੀ ਹੁੰਦੀਆਂ ਨੇ। ਮੈਂ ਬੜੀ ਵਾਰੀ ਟਰਾਂਸਪੋਰਟ ਕਮਿਸ਼ਨਰ ਨੂੰ ਵੀ ਲੈਟਰ ਲਿਖਿਆ, ਐਸਐਸਪੀ ਨੂੰ ਵੀ ਲੈਟਰ ਲਿਖਿਆ, ਔਰ ਮੈਂ ਟਰਾਂਸਪੋਰਟ ਡਿਪਾਰਟਮੈਂਟ ਨੂੰ ਵੀ ਲੈਟਰ ਲਿਖਿਆ ਇਹਨਾਂ ਗੱਲਾਂ ਦਾ ਵੀ ਉੱਥੇ ਜਿਹੜੀਆਂ ਟੈਕਸੀਆਂ ਖੜ੍ਹਦੀਆਂ ਨੇ, ਜਿਹੜੀਆਂ ਅਨਅਥੋਰਾਈਜ਼ ਟੈਕਸੀਆਂ ਨੇ ਤੇ ਅਥੋਰਾਈਜ਼ ਟੈਕਸੀਆਂ ਦਾ ਹਮੇਸ਼ਾ ਹੀ ਝਗੜਾ ਹੁੰਦਾ ਰਹਿੰਦਾ ਔਰ ਉੱਥੇ ਹਰ ਵੇਲੇ ਲੜਾਈ ਹੁੰਦੀ ਰਹਿੰਦੀ ਆ। ਔਰ ਕਿਸੇ ਨੇ ਹੋਣਾ ਉੱਥੇ ਇੱਕ ਬੜਾ ਵੱਡੀ ਲੜਾਈ ਹੋਣੀ ਹੈ ਜਿਹਦੇ ਨਾਲ ਕੋਈ ਜਾਨੀ ਤੇ ਮਾਲੀ ਨੁਕਸਾਨ ਵੱਡਾ ਹੋ ਸਕਦਾ। ਉੱਥੇ ਕੋਈ ਕਿਸੇ ਕਿਸਮ ਦਾ ਐਕਸ਼ਨ ਨਹੀਂ ਹੁੰਦਾ। ਮੈਂ ਸਾਰਿਆਂ ਨੂੰ ਲਿਖ ਕੇ ਵੀ ਦੇਖ ਲਿਆ। ਕੀ ਮੰਤਰੀ ਜੀ ਦੱਸਣਗੇ ਵੀ ਉੱਥੇ ਜਿਹੜੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਟੈਕਸੀਆਂ ਹੁਣ ਵੀ ਦੇਖੀਆਂ ਜਾ ਸਕਦੀਆਂ ਨੇ ਵੀ ਖੜੀਆਂ ਨੇ, ਔਰ ਉਹਨਾਂ ਵਿੱਚ ਆਥੋਰਾਈਜ਼ ਨੇ, ਔਰ ਕਈਆਂ ਦੀ ਤਾਂ ਪੀਲੀ ਪਲੇਟ ਵੈਸੇ ਹੀ ਲੱਗੀ ਹੁੰਦੀ ਆ, ਉਹਨਾਂ ਨੇ ਆਪਣੇ ਆਪੇ ਲਾਈ ਹੁੰਦੀ ਆ ਤੇ ਹੁੰਦੀਆਂ ਨਹੀਂ ਹੈਗੀਆਂ ਪੀਲੀ ਪਲੇਟ ਵਾਲੀਆਂ। ਤੇ ਮੈਂ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਵੀ ਕੋਈ ਹੈ ਇਦਾਂ ਦੀ ਗੱਲ ਜਿਹਦੇ ਵਿੱਚ ਸਾਨੂੰ ਇਹ ਯਕੀਨ ਹੋਵੇ ਵੀ ਉਹਨਾਂ ਟੈਕਸੀਆਂ ਦੇ ਉੱਤੇ ਇਹ ਜਿਹੜੀ ਕਾਰਵਾਈ ਹੋਊਗੀ ਜਿਹੜੇ ਅਨਆਥੋਰਾਈਜ਼ ਚਲਾ ਰਹੇ ਨੇ? ਮੰਤਰੀ ਜੀ।
ਜਿਹੜੀ ਯੈਲੋ ਪਲੇਟ ਟੈਕਸੀ 에ਅਰਪੋਰਟ ਤੇ ਜਾਂਦੀ ਆ ਉਹ ਤੇ ਸਾਡੀ ਆਥੋਰਾਈਜ਼ਡ ਆ। ਜੇ ਕੋਈ ਵਾਈਟ ਪਲੇਟ ਜਾਂਦੀ ਆ ਐਮਐਲਏ ਸਾਹਿਬ ਦੇ ਧਿਆਨ 'ਚ ਆ, ਉਹ ਸਾਨੂੰ ਇਹਨਾਂ ਦੀ ਇਨਫੋਰਮੇਸ਼ਨ ਦੇਣ, ਉਹਨਾਂ ਦਾ ਬਕਾਇਦਾ ਚਲਾਨ ਕੀਤਾ ਜਾਵੇਗਾ, ਸਖਤ ਕਾਰਵਾਈ ਕਰਾਂਗੇ ਉਹਨਾਂ ਗੱਡੀਆਂ ਤੇ। ਮੰਤਰੀ ਜੀ ਅੱਜ ਕਾਰਵਾਈ ਜੀ ਅੱਜ ਐਮਐਲਏ ਸਾਹਿਬ ਤੁਹਾਡੇ ਕੋਲ ਆਸ਼ਵਾਸਨ ਚਾਹੁੰਦੇ ਆ ਵੀ ਇਨਸਪੈਕਸ਼ਨ ਕਰ ਲਓ। ਬਿਲਕੁਲ ਜੀ, ਜੇ ਕੋਈ ਗਲਤ ਅਨਆਥੋਰਾਈਜ਼ਡ ਟੈਕਸੀ ਚੱਲਦੀ ਆ ਵਾਈਟ ਪਲੇਟ ਉੱਤੇ ਕਾਰਵਾਈ ਕਰਾਂਗੇ ਸਖਤ ਤੋਂ ਸਖਤ। ਥੈਂਕ ਯੂ ਥੈਂਕ ਯੂ ਥੈਂਕ ਯੂ। ਸ਼੍ਰੀ ਬਲਕਾਰ ਸਿੱਧੂ। ਸਵਾਲ ਨੰਬਰ 870 ਜੀ। ਸਰਦਾਰ ਹਰਭਜਨ ਸਿੰਘ ਲੋਕ ਨਿਰਮਾਣ ਮੰਤਰੀ। ਮਾਨਯੋਗ ਸਪੀਕਰ ਸਾਹਿਬ, ਇਹ ਸੈਕਸ਼ਨ ਆਰਟੀ 70.500 ਤੋਂ 82.200 ਤੱਕ NH 254 ਦਾ ਹਿੱਸਾ ਹੈ। ਇਹ ਠੀਕ ਹੈ ਕਿ ਸੀਵਰੇਜ ਲੀਕ ਹੋਣ ਕਾਰਨ ਸੜਕ ਦਾ ਕੁਝ ਹਿੱਸਾ 6 ਜਗ੍ਹਾ ਤੋਂ ਖਸਤਾ ਹੋ ਚੁੱਕਾ ਹੈ। ਸੜਕ ਦੇ ਇਸ ਹਿੱਸੇ ਲਈ ਬਾਈਪਾਸ ਬਣਾਏ ਜਾਣ ਦੀ ਤਜਵੀਜ਼ ਹੈ, ਜਿਸ ਦੀ ਜ਼ਮੀਨ ਪ੍ਰਾਪਤੀ ਦਾ ਕੰਮ ਪ੍ਰਗਤੀ ਅਧੀਨ ਹੈ। ਸੜਕ ਦੇ ਇੱਕ ਹਿੱਸੇ ਦੀ ਰਿਪੇਅਰ ਕਰਨ ਦੀ ਤਜਵੀਜ਼ ਸਰਕਾਰ ਦੇ ਵਿਚਾਰ ਅਧੀਨ ਹੈ। ਰੀਜਨਲ ਦਫ਼ਤਰ ਸੜਕ ਆਵਾਜਾਈ ਤੇ ਰਾਜਮਾਰਗ ਵਿਭਾਗ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਸ਼ਾਰਟ ਟਰਮ ਮੇਨਟੇਨੈਂਸ ਕੰਟਰੈਕਟ ਅਧੀਨ ਇਸ ਹਿੱਸੇ ਦੀ ਰਿਪੇਅਰ ਦਾ ਤਖਮੀਨਾ ਮੰਡਲ ਦਫ਼ਤਰ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਸੀਵਰੇਜ ਦੀ ਲੀਕੇਜ ਦਾ ਹੱਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਤਖਮੀਨਾ ਮਨਜ਼ੂਰ ਹੋਣ ਉਪਰੰਤ ਅਤੇ ਸੀਵਰੇਜ ਦੀ ਲੀਕੇਜ ਦਾ ਹੱਲ ਹੋਣ ਉਪਰੰਤ ਇਸ ਦੀ ਰਿਪੇਅਰ ਦਾ ਕੰਮ ਕਰਵਾ ਦਿੱਤਾ ਜਾਵੇਗਾ। ਜੀ ਸਿੱਧੂ ਸਾਹਿਬ। ਮਾਨਯੋਗ ਸਪੀਕਰ ਸਾਹਿਬ, ਕੀ ਮੰਤਰੀ ਸਾਹਿਬ ਇਹ ਦੱਸਣਗੇ ਕਿ ਕਿਰਪਾ ਕਰਕੇ ਇਹ ਦੱਸਣ ਕਿ ਨੈਸ਼ਨਲ ਹਾਈਵੇ 254 ਬਰਾਂਪਰਾ ਤੋਂ ਫੂਲ ਥਾਂ ਥਾਂ ਤੋਂ ਟੁੱਟਿਆ ਹੋਇਆ, ਜਿਸ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ, ਰੋਜ਼ਾਨਾ ਦੁਰਘਟਨਾ ਹੁੰਦੀਆਂ ਨੇ। ਜੇਕਰ ਅਜਿਹਾ ਹੋਵੇ ਤਾਂ ਇਸ ਦੀ ਰਿਪੇਅਰ ਕਰਨ ਦੀ ਕੋਈ ਤਜਵੀਜ਼ ਹੈ ਜਾਂ ਵਿਚਾਰ ਅਧੀਨ ਹੈ, ਜੋ ਦੱਸਿਆ ਜਾਵੇ। ਉਹ ਤਾਂ ਦੱਸ ਚੁੱਕੇ ਆ ਜੀ, ਹੋਰ ਕੋਈ ਪੁੱਛਣਾ ਤਾਂ? ਬਾਕੀ ਸਾਰੇ ਹੈ ਜੀ, ਪਹਿਲਾਂ ਵੀ ਮੈਂ ਇਹ ਸਵਾਲ ਲਾਇਆ ਸੀ ਤੇ ਇਦਾਂ ਹੀ ਚੱਲ ਰਿਹਾ ਕੰਮ। ਉੱਥੇ ਹਰ ਰੋਜ਼ ਮੇਰਾ ਖਿਆਲ ਚੌਥੇ ਪੰਜਵੇਂ ਦਿਨ ਐਕਸੀਡੈਂਟ ਹੁੰਦਾ, ਡੈਥ ਹੋ ਚੁੱਕੀ ਹੈ 4-5। ਇਹ ਨੈਸ਼ਨਲ ਹਾਈਵੇਜ਼ ਕਰਕੇ ਨਾ ਕਰਨਾ ਚਾਹੀਦਾ, ਬੜਾ ਪ੍ਰੋਬਲਮ ਆ ਰਹੀ ਹੈ। ਸਰਦਾਰ ਹਰਭਜਨ ਸਿੰਘ ਜੀ, ਮੈਂ ਤੁਹਾਡੇ ਪਿੰਡ ਗਿਆ ਸੀ, ਉਹ ਬੜੀ ਸੋਹਣੀ ਸੜਕ ਬਣੀ ਵੀ, ਉਹ ਜੀ ਬਣਾ ਦਿਓ। ਬਹੁਤ ਧੰਨਵਾਦ ਸਪੀਕਰ ਸਾਹਿਬ। ਸਾਰੀਆਂ ਉਮੀਦੀਆਂ ਬਣਾਵਾਂਗੇ ਜੀ ਜਿਵੇਂ ਜੰਡਿਆਲੇ ਦੀਆਂ ਨੇ। ਜਲਦੀ ਬਣਾ ਦਿਓ ਸਰ। ਜਿਹੜੀ ਇਹਨਾਂ ਮਾਨਯੋਗ ਮੈਂਬਰ ਸਾਹਿਬ ਨੇ ਗੱਲ ਕੀਤੀ ਆ, ਇਹ ਸਰ ਸਿਰਫ ਸੀਵਰੇਜ ਦੀ ਲੀਕੇਜ ਹੋਣ ਕਾਰਨ 6 ਜਗ੍ਹਾ ਤੋਂ ਸੜਕ ਟੁੱਟੀ ਆ ਜੀ। ਸਾਡੇ ਪੂਰੀ ਧਿਆਨ ਦੇ ਵਿੱਚ ਆ, ਅਸੀਂ ਸੀਵਰੇਜ ਵਿਭਾਗ ਨਾਲ ਵੀ ਪੂਰੀ ਤਰ੍ਹਾਂ ਤਾਲਮੇਲ ਰੱਖਿਆ ਹੋਇਆ ਹੈ ਔਰ ਬਹੁਤ ਜਲਦ ਸੀਵਰੇਜ ਦਾ ਕੰਮ ਮੁਕੰਮਲ ਹੋਣ ਉਪਰੰਤ ਨਾਲ ਦੇ ਨਾਲ ਹੀ ਅਸੀਂ ਇਹ ਸੜਕ ਨੂੰ ਰਿਪੇਅਰ ਦਾ ਕੰਮ ਜਿਹੜਾ ਆ ਉਹ ਸ਼ੁਰੂ ਕਰ ਦਿਆਂਗੇ ਜੀ। ਥੈਂਕ ਯੂ ਥੈਂਕ ਯੂ। ਸ਼੍ਰੀਮਤੀ ਇੰਦਰਜੀਤ ਕੌਰ ਮਾਨ। ਸਵਾਲ ਨੰਬਰ 871। ਇਹ ਐਕਸਟੈਂਸ਼ਨ ਦਿੱਤੀ ਗਈ ਹੈ ਜੀ। ਨੈਕਸਟ ਬੈਠੋ। ਸ਼੍ਰੀ ਅਮੋਲਕ ਸਿੰਘ। ਕੁਐਸਚਨ ਨੰਬਰ 872 ਜੀ। ਸਰਦਾਰ ਬਲਕਾਰ ਸਿੰਘ ਸਥਾਨਕ ਸਰਕਾਰ ਮੰਤਰੀ ਜਵਾਬ ਦੇਣਗੇ। ਮਾਨਯੋਗ ਸਪੀਕਰ ਸਾਹਿਬ, ਆਪ ਜੀ ਦੇ ਰਾਹੀਂ ਮੈਂਬਰ ਸਾਹਿਬ ਜੀ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਨਗਰ ਕੌਂਸਲ ਜੈਤੋ ਅਧੀਨ ਆਉਂਦੇ ਸੀਵਰੇਜ ਸਿਸਟਮ ਦੀ ਮੇਨਟੇਨੈਂਸ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਅਧੀਨ ਹੈ। ਇਸ ਲਈ ਹਰ ਮਹੀਨੇ ਸਥਾਨਕ ਸਰਕਾਰ ਵੱਲੋਂ 2/11 GST ਦੀ ਰਕਮ ਦਾ ਸੀਵਰੇਜ ਬੋਰਡ ਨੂੰ ਭੇਜੀ ਜਾਂਦੀ ਹੈ। ਭਾਗ ਕੂੜਾ ਅਨੁਸਾਰ ਰੈਵਨਿਊ ਅਤੇ ਵੈਟ ਸ਼ੇਅਰ ਦੀ ਪ੍ਰਾਪਤੀ ਤਕਰੀਬਨ 3.98 ਲੱਖ ਰੁਪਇਆ ਪ੍ਰਤੀ ਮਹੀਨਾ ਹੁੰਦੀ ਹੈ। ਜੈਤੋ ਸ਼ਹਿਰ ਦੀ ਸੀਵਰੇਜ ਦੀ ਦੇਖ-ਰੇਖ ਦਾ ਕੰਮ ਇੱਕ ਪ੍ਰਾਈਵੇਟ ਏਜੰਸੀ ਨੂੰ ਦਿੱਤਾ ਹੋਇਆ ਹੈ। ਇਹ ਕੰਪਨੀ ਨੂੰ ਉਪਰੋਕਤ ਰਾਸ਼ੀ ਦੀ ਪ੍ਰਤੀ ਮਹੀਨਾ ਅਦਾਇਗੀ ਕੀਤੀ ਜਾਂਦੀ ਹੈ। ਜਦੋਂ ਕਦੇ ਵੀ ਸੀਵਰੇਜ ਦੀ ਦੇਖਭਾਲ ਸੰਬੰਧੀ ਸ਼ਿਕਾਇਤ ਹੁੰਦੀ ਹੈ ਤਾਂ ਤੁਰੰਤ ਕਾਰਵਾਈ ਕਰਦੇ ਹੋਏ ਸ਼ਿਕਾਇਤ ਦਾ ਨਿਵਾਰਨ ਕੀਤਾ ਜਾਂਦਾ ਹੈ। ਇਸ ਕੰਪਨੀ ਦੇ ਕੰਮ ਦੀ ਲਗਾਤਾਰ ਮੋਨੀਟਰਿੰਗ ਕੀਤੀ ਜਾਂਦੀ ਹੈ ਅਤੇ ਉਸ ਤੋਂ ਸਹੀ ਢੰਗ ਨਾਲ ਕੰਮ ਕਰਵਾਏ ਜਾਣ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ। ਜਦੋਂ ਕਦੇ ਵੀ ਕੰਪਨੀ ਕਾਰਗੁਜ਼ਾਰੀ ਤਸੱਲੀਬਖਸ਼ ਨਹੀਂ ਪਾਈ ਜਾਂਦੀ ਤਾਂ ਉਸ ਨੂੰ ਜੁਰਮਾਨਾ ਕੀਤਾ ਜਾਂਦਾ ਹੈ। ਜੇਕਰ ਭਵਿੱਖ ਵਿੱਚ ਇਹ ਕੰਪਨੀ ਦੇ ਕੰਮ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਨਹੀਂ ਆਉਂਦਾ ਤਾਂ ਇਸ ਕੰਪਨੀ ਖਿਲਾਫ ਐਗਰੀਮੈਂਟ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਕੰਪਨੀ ਦੇ ਰਿਸਕ ਐਂਡ ਕਾਸਟ ਤੇ ਸੀਵਰੇਜ ਦੀ ਦੇਖਭਾਲ ਦਾ ਕੰਮ ਕਰਵਾਇਆ ਜਾਵੇਗਾ ਅਤੇ ਸ਼ਹਿਰ ਵਾਸੀਆਂ ਨੂੰ ਸੀਵਰੇਜ ਦੀ
ਮੇਨਟੇਨੈਂਸ ਨੂੰ ਲੈ ਕੇ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਮੰਤਰੀ ਜੀ ਉਹ ਕਹਿੰਦੇ ਨਾ ਜੀ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ, ਕੋਟਕਪੂਰੇ ਵੀ ਇਹੀ ਹਾਲ ਹੈ ਔਰ ਇਸੇ ਕੰਪਨੀ ਕੋਲ ਹੈ। ਔਰ ਜਦੋਂ ਇਸ ਕੰਪਨੀ ਦੇ ਮੁਲਾਜ਼ਮ ਧਰਨੇ ਤੱਕ ਨਹੀਂ ਨਾ ਬਹਿੰਦੇ ਉਨੀ ਦੇਰ ਤੱਕ ਇਹ ਕੰਪਨੀ ਉਹਨਾਂ ਨੂੰ ਤਨਖਾਹ ਵੀ ਨਹੀਂ ਦਿੰਦੀ। ਤੁਸੀਂ ਦੱਸਿਆ ਵੀ ਹਰ ਮਹੀਨੇ ਸਰਕਾਰ ਵੱਲੋਂ ਪੈਸਾ ਉਹਨਾਂ ਨੂੰ ਚਲਾ ਜਾਂਦਾ ਹੈ। ਸੋ ਇਹਦੇ ਕੋਈ ਸਖਤ ਕਾਰਵਾਈ ਇਹਦੇ ਦੀ ਕਰਨੀ ਪੈਣੀ। ਔਰ ਇਹ ਸਵਾਲ ਪਿਛਲੇ ਜਿਹੜਾ ਸਰਕਾਰ ਦੇ ਸਮੇਂ ਜਦੋਂ ਅਸੀਂ ਆਪੋਜੀਸ਼ਨ ਸੀ ਇਹ ਦਾਸ ਵੱਲੋਂ ਵੀ ਚੱਕਿਆ ਗਿਆ ਸੀ। ਸੋ ਇਹਦੇ ਤੇ ਸਖਤ ਕਾਰਵਾਈ ਦੀ ਲੋੜ ਹੈ। ਅਮੋਲਕ ਸਿੰਘ ਜੀ ਐਮਐਲਏ ਅਮੋਲਕ ਸਿੰਘ ਜੀ। ਸਰ ਮੇਰਾ ਇਹੀ ਸਵਾਲ ਸੀਗਾ ਵੀ ਜੇ ਉਹ ਮੇਨਟੇਨੈਂਸ ਦੇ ਕੋਈ ਪੈਸੇ ਦਿੱਤੇ ਜਾਂਦੇ ਆ ਤਾਂ ਕਿਹਨੂੰ ਦਿੱਤੇ ਜਾਂਦੇ ਆ, ਕਿਉਂਕਿ 4 ਲੱਖ ਰੁਪਈਆ ਮਹੀਨੇ ਦਾ ਕਿਸੇ ਕੰਪਨੀ ਨੂੰ ਦੇਣਾ ਤੇ 5 ਰੁਪਏ ਦਾ ਵੀ ਉੱਥੇ ਕੰਮ ਨਾ ਹੋਣਾ, ਸਰ ਉਹ ਤਾਂ ਬੇਤੁਕੀ ਮਤਲਬ ਆਪਾਂ ਪੈਸੇ ਉਹਨਾਂ ਨੂੰ ਦੇ ਰਹੇ ਆ। ਮੇਰੀ ਬੇਨਤੀ ਹੈ ਵੀ ਇਸ ਸਵਾਲ ਪੁੱਛੋ ਜੀ, ਸਵਾਲ ਹਾਂ ਬੇਨਤੀ ਨਹੀਂ ਕਰਨੀ। ਮਤਲਬ ਮੇਰਾ ਇਹੀ ਸਵਾਲ ਆ ਕੀ ਆਪਾਂ ਇਹਨਾਂ ਦੀ ਇਹ ਮਾੜੀ ਕਾਰਗੁਜ਼ਾਰੀ ਨੂੰ ਲੈ ਕੇ ਇਸ ਤੋਂ ਬਾਅਦ ਇਹਨੂੰ ਬਲੈਕ ਲਿਸਟ ਕਰਕੇ ਇਹਨਾਂ ਦਾ ਕੰਟਰੈਕਟ ਤੋੜ ਸਕਦੇ ਆ ਜੀ? ਜੇ ਤੋੜ ਸਕਦੇ ਆ ਤਾਂ ਉਹਨਾਂ ਨੂੰ ਤੋੜਿਆ ਜਾਵੇ ਤੇ ਜਾਂ ਤਾਂ ਨਗਰ ਕੌਂਸਲ ਜਾਂ ਸੀਵਰੇਜ ਬੋਰਡ ਨੂੰ ਇਹ ਪੈਸੇ ਦਿੱਤੇ ਜਾਣ ਤਾਂ ਕਿ ਕੰਮ ਹੋ ਸਕੇ। ਮਾਨਯੋਗ ਮੰਤਰੀ ਜੀ ਸਰ ਅਸੀਂ ਇਹਨੂੰ ਐਗਜ਼ਾਮਨ ਕਰਕੇ ਇਹਨਾਂ ਦੇ ਖਿਲਾਫ ਜੋ ਬਲੈਕ ਲਿਸਟ ਇਹਨੂੰ ਕਰਾਂਗੇ। ਜਲਦੀ ਤੋਂ ਜਲਦੀ ਕਰਿਓ ਜੀ, ਲੋਕ ਬਹੁਤ ਔਖੇ। ਠੀਕ ਹੈ ਸਿੰਘ ਜੀ ਅਮੋਲਕ ਸਿੰਘ ਜੀ। ਧੰਨਵਾਦ ਮੰਤਰੀ ਸਾਹਿਬ, ਜੇ ਅਜਿਹਾ ਹੁੰਦਾ ਤਾਂ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ। ਸਰਦਾਰ ਕੁਲਜੀਤ ਸਿੰਘ ਰੰਧਾਵਾ 873 ਜੀ। ਸਰਦਾਰ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਜਵਾਬ ਦੇਣਗੇ। ਮਾਨਯੋਗ ਸਪੀਕਰ ਸਾਹਿਬ, ਤੁਹਾਡੇ ਰਾਹੀਂ ਮੈਂ ਮਾਨਯੋਗ ਮੈਂਬਰ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਈਸਾਪੁਰ ਤੋਂ ਸਤਾਬਗੜ੍ਹ ਦੀ ਜਿਹੜੀ ਲਿੰਕ ਸੜਕ ਨਾ ਹੋਣ ਕਾਰਨ ਕਾਜਵੇ ਬਣਾਉਣ ਦਾ ਕੋਈ ਤਜਵੀਜ਼ ਨਹੀਂ। ਰੰਧਾਵਾ ਸਾਹਿਬ। ਸਤਿਕਾਰਯੋਗ ਸਪੀਕਰ ਸਾਹਿਬ, ਮੈਂ ਮਾਨਯੋਗ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਆ 5ਵਾਂ ਵਿਧਾਨ ਸਭਾ ਦਾ ਅੱਜ ਸੈਸ਼ਨ ਹੈ ਤੇ ਪਹਿਲੇ ਸੈਸ਼ਨ 'ਚ ਵੀ ਮੈਂ ਇਹੀ ਗੱਲ ਕੀਤੀ ਸੀ। ਆ ਸਾਰੇ ਮਾਨਯੋਗ ਜਿੰਨੇ ਐਮਐਲਏ ਸਾਹਿਬਾਨ ਮੰਤਰੀ ਸਾਹਿਬਾਨ ਨੇ ਜਦੋਂ ਦਿੱਲੀ ਤੋਂ ਹਰਿਆਣਾ ਤੋਂ ਆਉਂਦੇ ਨੇ ਇੱਕੋ ਰਸਤਾ ਹੈ ਅੰਬਾਲੇ ਤੋਂ ਚੰਡੀਗੜ੍ਹ ਜਾਣ ਦਾ, ਡੇਰਾ ਬਸੀ, ਤੇ ਜਾਮ 'ਚ ਸਾਰੇ ਹੀ ਦੁਰਾਂਸੀਸਾਂ ਦੇ ਨੇ। ਸਭ ਤੋਂ ਪਹਿਲਾਂ ਕਹਿੰਦੇ ਨੇ ਇੱਥੇ ਐਮਐਲਏ ਕੌਣ ਹੈ, ਹਾਲਾਂਕਿ ਐਮਐਲਏ ਦੇ ਕੰਮ ਨਹੀਂ, ਇਹ ਸਰਕਾਰ ਦੇ ਕੰਮ ਨੇ। ਮੈਂ ਮੰਤਰੀ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਕਿ 20 ਪਿੰਡ ਤੇ ਇੱਕ ਡੇਰਾ ਬਸੀ ਸ਼ਹਿਰ 1 ਲੱਖ ਲੋਕ ਅਗਰ ਇਹ ਕਾਜ਼ਵੇ ਬਣਾ ਦਿੱਤਾ ਜਾਵੇ ਤੇ ਉਹ ਜ਼ੀਰਕਪੁਰ ਦੇ ਡੇਰਾ ਬਸੀ ਜਾਮ ਤੋਂ ਉਹਨਾਂ ਨੂੰ ਨਿਜਾਤ ਮਿਲ ਸਕਦੀ ਹੈ। ਕਦੋਂ ਤੇ ਕਿੰਨੇ ਟਾਈਮ 'ਚ ਇਹ ਸਰਕਾਰ ਵੱਲੋਂ ਔਰ ਮੰਤਰੀ ਸਾਹਿਬ ਇਹ ਕਾਜ਼ਵੇ ਬਣਾ ਕੇ ਤਿਆਰ ਕਰਕੇ ਦਿੱਤਾ ਜਾਵੇਗਾ? ਮੰਤਰੀ ਜੀ ਇਹ ਜਿਹੜਾ ਇਹਨਾਂ ਦਾ ਈਸਾਪੁਰ ਪਿੰਡ ਆ ਜੀ, ਉੱਥੋਂ 18 ਫੁੱਟ ਸੜਕ ਆ ਜਿਹੜੀ ਨੈਸ਼ਨਲ ਹਾਈਵੇ ਚੰਡੀਗੜ੍ਹ ਜਿਹੜੀ NH 22 ਨਾਲ ਜੁੜਿਆ ਹੈ। ਦੂਸਰਾ ਸਤਾਬਗੜ੍ਹ ਆ ਜਿਹੜਾ, ਉਹ ਵੀ 18 ਫੁੱਟ ਸੜਕ ਜਿਹੜੀ ਹੈ ODR 9 ਨੰਬਰ ਰਾਹੀਂ ਨੈਸ਼ਨਲ ਹਾਈਵੇ ਨਾਲ ਚੰਡੀਗੜ੍ਹ ਨਾਲ ਜੁੜਿਆ ਹੈ ਅਤੇ ਚੰਡੀਗੜ੍ਹ ਪਟਿਆਲਾ ਨਾਲ ਜੁੜਿਆ ਹੋਇਆ ਹੈ NH 22 ਨਾਲ। ਇਸ ਲਈ ਇਹ ਰਸਤਾ ਕੱਚਾ ਹੈ, ਕੱਚੇ ਰਸਤੇ 'ਤੇ ਅਸੀਂ ਬਣਾ ਨਹੀਂ ਸਕਦੇ। ਰੰਧਾਵਾ ਸਾਹਿਬ। ਮੈਂ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਇੱਕ ਦਿਨ ਸ਼ਾਮ ਨੂੰ ਅਸੀਂ ਉਸੇ ਪੁਆਇੰਟ ਤੇ ਗਏ ਸੀ ਤੇ ਲਗਭਗ 1 ਕਿੱਲੇ ਦੇ ਅੰਦਰ ਅਗਰ ਕਾਜ਼ਵੇ ਬਣ ਜਾਏ ਤਾਂ ਲੱਖਾਂ ਲੋਕ ਰੋਜ਼ ਜਾਮ 'ਚ ਫਸਣੋਂ ਬਚ ਸਕਦੇ ਨੇ। ਤੇ ਮੈਂ ਮੰਤਰੀ ਸਾਹਿਬ ਨੂੰ ਕਹਾਂਗਾ ਕਿ ਤੁਹਾਡੀ ਕੋਈ ਕੈਬਨਿਟ ਦੀ ਜਦੋਂ ਮੀਟਿੰਗ ਹੁੰਦੀ ਹੈ ਇਸ ਕਾਜ਼ਵੇ ਵੱਲ ਧਿਆਨ ਕੀਤਾ ਜਾਏ। 1.25 ਲੱਖ ਲੋਕਾਂ ਦੇ ਰੋਜ਼ ਜਾਮ ਫਸਣ ਨਾਲ ਸਾਰੇ ਲੋਕ ਹਿਮਾਚਲ, ਪੰਜਾਬ, ਹਰਿਆਣਾ, UP ਸਾਰੇ ਲੋਕ ਪਰੇਸ਼ਾਨ ਹੁੰਦੇ ਨੇ। ਬਹੁਤ ਛੋਟੀ ਜੀ ਸਰਕਾਰ ਅਗਰ ਮੰਤਰੀ ਸਾਹਿਬ ਹਿੰਮਤ ਕਰੇ ਤਾਂ ਇਹ ਬਹੁਤ ਅਸੀਸਾਂ ਦੇਣਗੇ ਲੋਕ ਪੰਜਾਬ ਦੇ ਤੁਹਾਨੂੰ। ਧੰਨਵਾਦ ਜੀ। ਧੰਨਵਾਦ ਜੀ। ਸੋ ਮੰਤਰੀ ਸਾਹਿਬ ਅਸੀਸਾਂ ਲੈ ਲਿਓ ਜੀ। ਮੰਤਰੀ ਜੀ। ਮੈਂ ਮਾਨਯੋਗ MLA ਸਾਹਿਬ ਨੂੰ ਬੇਨਤੀ ਕਰਦਾ ਕਿ ਕਿਸੇ ਵੇਲੇ ਮੈਂ ਵੀ ਆ ਜਾਊਂਗਾ, ਆਪਾਂ ਵੇਖ ਲਾਂਗੇ। ਜਿਹੜੀ ਸਮੇਂ ਦੀ ਲੋੜ ਆ ਉਸ ਮੁਤਾਬਕ ਸਰਕਾਰ ਜੋ ਕਰ ਸਕਦੀ ਆ ਉਹ ਜ਼ਰੂਰ ਕਰਾਂਗੇ। ਥੈਂਕ ਯੂ। ਰੰਧਾਵਾ ਸਾਹਿਬ ਦਾ ਵੈਸੇ ਮੈਂ ਇੱਕ ਦਿਨ ਰਾਤ ਨੂੰ ਦਿਖਾ ਕੇ ਲਿਆ ਸੀ, ਹੁਣ ਮੈਂ ਦਿਨੇ ਦਿਖਾ ਕੇ ਲਿਆਉਂਗਾ ਮੰਤਰੀ ਸਾਹਿਬ ਨੂੰ ਰਸਤਾ ਜੀ। ਧੰਨਵਾਦ ਜੀ। ਸ਼੍ਰੀ ਅਵਤਾਰ ਸਿੰਘ ਜੂਨੀਅਰ। ਸਪੀਕਰ ਸਾਹਿਬ, ਸਵਾਲ ਨੰਬਰ 874। ਡਾਕਟਰ ਬਲਜੀਤ ਕੌਰ ਸਮਾਜਿਕ ਸੁਰੱਖਿਆ ਮੰਤਰੀ। ਆਨਰੇਬਲ ਸਪੀਕਰ ਸਾਹਿਬ, ਮੈਂ ਆਪ ਜੀ ਦੇ ਮਾਧਿਅਮ ਰਾਹੀਂ ਮੈਂਬਰ ਸਾਹਿਬ ਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਲ 2022-23 ਦੌਰਾਨ ਰਾਜ ਵਿੱਚ ਪੈਨਸ਼ਨਰਾਂ ਦੀ ਗਿਣਤੀ 31,56,679 ਸੀ ਤੇ ਸਾਲ 2023-24 ਦੌਰਾਨ ਰਾਜ ਵਿੱਚ ਪੈਨਸ਼ਨਰਾਂ ਦੀ ਗਿਣਤੀ 32,92,967 ਹੈ।
ਵਿਭਾਗੀ ਪੈਨਸ਼ਨ ਨਿਯਮ ਮਾਪਦੰਡ ਅਨੁਸਾਰ ਸਾਲ 2022-23 ਦੌਰਾਨ ਲਾਭਪਾਤਰੀਆਂ ਦਾ ਸਰਵੇ ਕਰਵਾਇਆ ਗਿਆ, ਜਿਸ ਅਨੁਸਾਰ 90,248 ਲਾਭਪਾਤਰੀ ਦੀ ਪੈਨਸ਼ਨ ਰੋਕੀ ਗਈ ਅਤੇ ਸਾਲ 2023-24 ਦੌਰਾਨ 37,108 ਲਾਭਪਾਤਰੀਆਂ ਦੀ ਪੈਨਸ਼ਨ ਰੱਦ ਕਰ ਦਿੱਤੀ ਗਈ। ਜੀ ਸ਼੍ਰੀ ਅਵਤਾਰ ਸਿੰਘ ਜੂਨੀਅਰ। ਸਪੀਕਰ ਸਾਹਿਬ, ਮੈਂ ਤੁਹਾਡੇ ਮਾਰਫਤ ਵਜ਼ੀਰ ਸਾਹਿਬਾ ਤੋਂ ਪੁੱਛਣਾ ਚਾਹੁੰਦਾ ਹਾਂ ਕਿ 1.5 ਸਾਲ ਦੇ ਕਾਰਜਕਾਲ ਦੇ ਵਿੱਚ ਲਗਭਗ ਪੰਜਾਬ ਦੇ 1,27,000 ਪੈਨਸ਼ਨਰਾਂ ਦੀ ਪੈਨਸ਼ਨ ਕੱਟੀ ਗਈ। ਇਹਦੇ ਵਿੱਚੋਂ ਜ਼ਿਮੀਂਦਾਰਾਂ ਦੀ ਕਿੰਨੀ ਕੁ, ਮੈਨੂੰ ਜਿੰਨਾ ਕੁ ਸਮਝ ਆਇਆ ਕਿ 65,000 ਤੋਂ ਵੱਧ ਜ਼ਿਮੀਂਦਾਰਾਂ ਦੀ ਪੈਨਸ਼ਨ ਕੱਟੀ ਗਈ, ਜਿਹਦੇ ਵਿੱਚ ਉਹਨਾਂ ਦਾ ਮਾਪਦੰਡ ਰੱਖਿਆ ਗਿਆ ਕਿ 60,000 ਰੁਪਏ ਤੋਂ ਜਿਹਦੀ ਇਨਕਮ ਵੱਧ ਹੈ ਉਹਦੇ ਵਿੱਚ ਉਹਨਾਂ ਦੀ ਪੈਨਸ਼ਨ ਕੱਟੀ ਗਈ। ਸਰ, ਮੇਰੀ ਬੇਨਤੀ ਹੈ, ਇਹਨਾਂ ਦੇ ਮਹਿਕਮੇ ਦੇ ਰੂਲ ਇਹ ਕਹਿੰਦਾ ਕਿ 2.5 ਏਕੜ ਤੋਂ ਜਿਹਦੀ ਮਾਲਕਾਨਾ ਵੱਧ ਹੈ ਉਹਨੂੰ ਪੈਨਸ਼ਨ ਨਹੀਂ ਲੱਗ ਸਕਦੀ। 2.5 ਏਕੜ ਤੱਕ ਅੱਜ ਭਾਵੇਂ ਉਹ ਗੰਨਾ ਦੀ ਉਤਪਾਦਨ ਕਰਦੇ ਹੋਵੇ, ਭਾਵੇਂ ਉਹ ਰਾਈਸ ਤੇ ਵੀਟ ਦਾ ਕਰਦਾ ਹੋਵੇ, ਘੱਟੋ ਘੱਟ 3 ਲੱਖ ਰੁਪਏ ਦਾ ਉਹਨਾਂ ਨੂੰ ਹਰ ਸਾਲ ਇਨਕਮ ਆ ਜਾਂਦੀ ਹੈ 2.5 ਏਕੜ ਦੇ ਨਾਲ। ਕੀ ਮਹਿਕਮਾ ਪਹਿਲਾਂ ਤਾਂ ਇਹਨੂੰ ਰਿਵਾਈਜ਼ ਕਰਕੇ ਇਹ ਕਮ ਸੇ ਕਮ 2.5 ਲੱਖ ਰੁਪਇਆ ਉਹਦੀ ਲਿਮਿਟ ਕਰੂਗਾ ਕਿ 2.5 ਲੱਖ ਰੁਪਏ ਤੱਕ ਇਨਕਮ ਹੋਣੀ ਚਾਹੀਦੀ ਹੈ? ਦੂਜਾ ਮੇਰਾ ਬੇਨਤੀ ਹੈ ਕਿ ਇਹ ਪੈਨਸ਼ਨ 1500 ਤੋਂ ਵਧਾ ਕੇ 2500 ਰੁਪਇਆ ਕਦੋਂ ਤੱਕ ਕੀਤੀ ਜਾਊਗੀ? ਸਰ, ਇਸ ਵਿਧਾਨ ਸਭਾ ਨੇ ਇੱਕ ਐਕਟ ਪਾਸ ਕੀਤਾ ਸੀ, ਦ ਪੰਜਾਬ ਮਿਨੀਮਮ ਵੇਜ ਰੂਲਸ ਐਕਟ 1950, ਜਿਹਦੇ ਮੁਤਲਕ ਮਿਨੀਮਮ ਵੇਜ ਜਿਹੜੀ ਪੰਜਾਬ ਦੇ ਵਿੱਚ ਦਿੱਤੀ ਜਾਣੀ ਹੈਗੀ ਹੈ, ਉਹ ਅਗਰ ਕੋਈ ਅਨਸਕਿਲਡ ਲੇਬਰ ਹੈਗਾ ਤੇ ਉਹਨੂੰ ਮੰਥਲੀ 10,736 ਰੁਪਏ ਦੇਣੀ ਚਾਹੀਦੀ ਹੈ। ਇਸ ਲੇਬਰ ਮਹਿਕਮੇ ਨੇ ਕੱਢਿਆ ਹੈਗਾ 1/9/2023 ਦੀ ਨੋਟੀਫਿਕੇਸ਼ਨ ਦੇ ਵਿੱਚ। ਅਗਰ ਕੋਈ ਸੈਮੀ ਸਕਿਲਡ ਹੈ ਤਾਂ ਉਹ 11,516 ਰੁਪਏ ਪਰ ਮੰਥ ਦੇਣੀ ਚਾਹੀਦੀ ਹੈ। ਤੇ ਸਰ, ਸਭ ਤੋਂ ਵਿਚਿੱਤਰ ਗੱਲ ਇਹ ਹੈ ਕਿ ਜਿਹੜਾ ਮਿਨੀਮਮ ਰੇਟ ਆਫ ਅਟੈਚਡ ਲੇਬਰ ਇਨ ਐਗਰੀਕਲਚਰ ਅਨਸਕਿਲਡ ਹੈ, ਸਰ, ਉਹਨੂੰ ਉਹ ਸਾਲਾਨਾ ਜਿਹੜਾ ਹੈ ਉਹਨੂੰ 73,000 ਰੁਪਇਆ ਮਿਲਣਾ। ਜਿਹੜਾ ਜ਼ਿਮੀਂਦਾਰ ਖੁਦ ਹੈ ਉਹ 60,000 ਤੋਂ ਉੱਪਰ ਪੈਨਸ਼ਨ ਨਹੀਂ ਲੈ ਸਕਦਾ, ਤੇ ਜਿਹੜਾ ਉਹਦੇ ਕੋਲ ਲੇਬਰ ਕਰਦਾ ਉਹਨੂੰ ਇਹ ਪੈਨਸ਼ਨ ਮਿਲਦੀ ਹੈ। ਇਹਦੇ ਵਿੱਚ ਕਦੋਂ ਤੱਕ ਮੈਡਮ ਦਰੁਸਤੀ ਕਰਨਗੇ? ਜੀ ਮੰਤਰੀ ਜੀ। ਆਨਰੇਬਲ ਸਪੀਕਰ ਸਾਹਿਬ, ਮੈਂ ਥੋੜੀ ਜੀ ਕਨਫਿਊਜ਼ਨ ਜਿਹੜੀ ਕਲੀਅਰ ਕਰਨੀ ਚਾਹੁੰਦੀ ਹਾਂ ਕਿ ਜੋ 36,058 ਜਿਹੜੀ ਹੁਣ ਆਪਾਂ ਕਹਿ ਰਹੇ ਕਿ 37,108 ਲਾਭਪਾਤਰੀਆਂ ਦੀ ਪੈਨਸ਼ਨ ਰੋਕੀ ਗਈ, ਉਹਦੇ ਵਿੱਚ ਕਿਸਾਨਾਂ ਨੂੰ ਇਨਕਲੂਡ ਨਹੀਂ ਕੀਤਾ ਗਿਆ। ਇਹਦੇ ਵਿੱਚ ਜੇ ਫਾਰਮ ਹੋਲਡਰ ਜਿਹੜੇ ਹੈ ਉਹਨਾਂ ਦਾ ਸਰਵੇ ਜ਼ਰੂਰ ਕਰਾਇਆ ਗਿਆ ਸੀ, ਪਰ ਜਿਨ੍ਹਾਂ ਦੀ ਪੈਨਸ਼ਨ ਰੋਕੀ ਗਈ ਉਹਦੇ ਵਿੱਚ ਡੈਡ ਬੈਨੀਫਿਸ਼ਰੀ ਸੀ 36,058, ਗਵਰਨਮੈਂਟ ਪੈਨਸ਼ਨਰ ਸੀ ਜਿਹੜੇ ਸਰਕਾਰ ਤੋਂ ਆਲਰੇਡੀ ਪੈਨਸ਼ਨ ਲੈ ਰਹੇ ਸੀ 574, ਤੇ 476 NRI ਸੀ ਜਿਨ੍ਹਾਂ ਦੀ ਪੈਨਸ਼ਨ ਰੋਕੀ ਗਈ। ਅਸੀਂ ਕਿਸੇ ਵੀ ਕਿਸਾਨ ਦੀ ਪੈਨਸ਼ਨ ਜੇ ਫਾਰਮ ਤੇ ਆਧਾਰਿਤ ਨਹੀਂ ਕੱਟੀ, ਔਰ ਜੋ ਜ਼ਮੀਨ ਦੀ ਆਪਾਂ ਗੱਲ ਕਰਦੇ ਹਾਂ ਕਿ 2.5 ਏਕੜ ਜ਼ਮੀਨ ਹੋਲਡਰ ਨੂੰ ਅਸੀਂ ਦੇ ਰਹੇ ਹਾਂ ਪੈਨਸ਼ਨ, ਔਰ ਜਾਂ 5 ਏਕੜ ਜਾਂ ਸੇਮ ਗ੍ਰਸਤ ਹੈ ਜਾਂ ਜਿਹੜੀ ਅਸੀਂ ਕਹਿ ਰਹੇ ਕਿ ਜ਼ਮੀਨ ਉਪਜਾਊ ਨਹੀਂ ਹੈ, ਉਹਨਾਂ ਕਿਸਾਨਾਂ ਨੂੰ ਵੀ ਪੈਨਸ਼ਨ ਦਿੱਤੀ ਜਾ ਰਹੀ ਹੈ। ਸੋ ਇਸ 'ਚ ਥੋੜੀ ਜਿਹੀ ਦਰੁਸਤੀ ਦੀ ਲੋੜ ਹੈ ਕਿ ਕਿਸੇ ਵੀ ਕਿਸਾਨ ਦੀ ਪੈਨਸ਼ਨ ਨਹੀਂ ਕੱਟੀ ਗਈ। ਥੈਂਕ ਯੂ ਜੀ। ਸ਼੍ਰੀ ਅਵਤਾਰ ਸਿੰਘ ਜੂਨੀਅਰ। ਸਪੀਕਰ ਸਾਹਿਬ, ਤੁਹਾਡੇ ਮਾਰਫਤ ਮੈਂ ਬਹੁਤ ਧੰਨਵਾਦ ਕਰਦਾ ਵਜ਼ੀਰ ਸਾਹਿਬਾ ਦਾ। ਸਰ, ਮੈਨੂੰ ਜਿਹੜਾ ਸਵਾਲ ਦਾ ਜਵਾਬ ਹੈ ਉਹਦੇ ਵਿੱਚ ਪਿਛਲੇ ਸਾਲ ਦਾ ਤੇ ਇਸ ਸਾਲ ਦਾ ਵੇਰਵਾ ਹੈ। 90,000 ਪਿਛਲੇ ਸਾਲ ਕੱਟੀ ਗਈ, 37,000 ਇਸ ਸਾਲ ਕੱਟੀ ਗਈ। ਇਹਨਾਂ ਦਾ ਜਿਹੜਾ ਸਵਾਲ ਦਾ ਜਵਾਬ ਮੈਨੂੰ ਆਇਆ ਸਿਰਫ ਇੱਦਾਂ ਸੰਖੇਪ ਜਿਹਾ ਆਇਆ ਹੈਗਾ ਕਿ 90,000 ਦੇ ਵਿੱਚ ਵੀ ਕਿਸੇ ਜ਼ਿੰਮੇਦਾਰ ਦੀ ਕੱਟੀ ਗਈ, ਪਹਿਲਾ ਇਸ਼ੂ। ਦੂਜਾ ਮੇਰਾ ਸਵਾਲ ਸੀਗਾ ਜੀ ਕਿ 1500 ਤੋਂ 2500 ਕੀ ਸਰਕਾਰ ਦੇ ਤਜਵੀਜ਼ ਦੇ ਵਿੱਚ ਹੈ ਕਿ ਉਹਨਾਂ ਨੇ ਪੈਨਸ਼ਨ ਵਧਾਣੀ ਹੈ? ਤੀਜਾ ਮੇਰਾ ਇਹ ਸੀਗਾ ਕਿ ਡਿਪਾਰਟਮੈਂਟ ਦਾ ਰੂਲ ਕਹਿੰਦਾ ਕਿ 60,000 ਰੁਪਇਆ ਜਿਹਦੀ ਐਨੂਅਲ ਇਨਕਮ ਹੈ ਉਹਨੂੰ ਪੈਨਸ਼ਨ ਨਹੀਂ ਲੱਗ ਸਕਦੀ। ਕੀ ਉਹਦੇ ਵਿੱਚ ਬੜੋਤਰੀ ਕਰ ਰਹੇ ਹੈਗੇ ਆ? ਕਿਉਂਕਿ ਲੇਬਰ ਡਿਪਾਰਟਮੈਂਟ ਇਹ ਕਹਿੰਦਾ ਹੈ ਕਿ ਮਿਨੀਮਮ ਵੇਜ ਜਿਹੜੀ ਹੈਗੀ ਹੈ ਉਹ ਕਮ ਸੇ ਕਮ 1 ਲੱਖ ਰੁਪਇਆ ਹੋਣੀ ਚਾਹੀਦੀ ਹੈ। ਕੀ ਵਜ਼ੀਰ ਸਾਹਿਬਾ ਦੇ ਤਜਵੀਜ਼ ਦੇ ਵਿੱਚ ਇਹ ਹੈ ਕਿ ਇਹਨੂੰ ਵਧਾ ਕੇ ਅਸੀਂ 1,20,000 ਰੁਪਇਆ ਲੈ ਕੇ ਜਾਏ, ਸਾਡੇ ਲਾਭਪਾਤਰੀ ਹੋਰ ਵੱਧ ਸਕਦੇ ਆ? ਇਹ 3 ਸਵਾਲ ਸੀ ਸਰ, ਤਿੰਨਾਂ ਦਾ ਮੈਨੂੰ ਜਵਾਬ ਨਹੀਂ ਮਿਲਿਆ। ਮੇਰੀ ਪਹਿਲੀ ਸਪਲੀਮੈਂਟਰੀ ਹੈ ਸਰ। ਮੰਤਰੀ ਜੀ। ਆਨਰੇਬਲ ਸਪੀਕਰ ਸਾਹਿਬ, ਮੈਂ 2022-23 ਦਾ ਵੀ ਕਲੀਅਰ ਕਰ ਦੇਵਾਂ ਕਿ ਜਿਹਦੇ 'ਚ ਅਸੀਂ 90,000 ਪੈਨਸ਼ਨਰ ਜਿਨ੍ਹਾਂ ਦੀ ਕੱਟੀ ਗਈ ਹੈ ਪੈਨਸ਼ਨ, ਉਹਦੇ ਵਿੱਚ
NRI 2571 ਸੀ ਔਰ ਬਾਕੀ ਡੈਡ ਬੈਨੀਫੀਸ਼ੀਅਰੀਜ਼ ਸੀ, ਉਹਦੇ ਵਿੱਚ ਵੀ ਅਸੀਂ ਕਿਸਾਨਾਂ ਨੂੰ ਇਨਕਲੂਡ ਨਹੀਂ ਕੀਤਾ ਸੀ। ਔਰ ਜਿੱਥੋਂ ਤੱਕ ਅਸੀਂ 1500 ਤੋਂ 2500 ਦੀ ਗੱਲ ਕਰਦੇ ਹਾਂ, ਇਹਦਾ ਵੀ ਪ੍ਰਪੋਜ਼ਲ ਬਣਾ ਕੇ ਫਾਈਨਾਂਸ ਡਿਪਾਰਟਮੈਂਟ ਨੂੰ ਸਾਡੇ ਵੱਲੋਂ ਭੇਜਿਆ ਗਿਆ ਹੈ। ਹੁਣ ਅਸੀਂ ਜਦੋਂ ਹੀ ਫਾਈਨਾਂਸ ਡਿਪਾਰਟਮੈਂਟ ਵੱਲੋਂ ਕੋਈ ਸੰਕੇਤ ਮਿਲਦਾ ਹੈ ਤਾਂ ਅਸੀਂ ਹਰ ਪਲ ਤਿਆਰ ਹਾਂ। ਤੀਜਾ ਤੁਹਾਡਾ ਸਵਾਲ ਚ ਆਇਆ ਨਹੀਂ, ਮੇਰੇ ਕੋਲੇ ਊੜਾ ਤੇ ਆੜਾ ਹੈ। ਜਿਹੜਾ ਤੀਜਾ ਤੁਹਾਡਾ ਸਵਾਲ ਉਹ ਵੱਖਰਾ ਸਵਾਲ ਦੇ ਦਿਓ। ਨਹੀਂ ਉਹ ਤੁਸੀਂ ਵੱਖਰਾ ਸਵਾਲ ਦੇ ਦਿਓ, ਜੋ ਯੂ ਵਿਲ ਗੈਟ ਇਟ। ਜੀ ਨਹੀਂ, ਉਹ ਸਪਲੀਮੈਂਟਰੀ ਜਿਹੜਾ ਮੰਤਰੀ ਸਾਹਿਬ ਜੇ ਦੇਣਾ ਚਾਹੁੰਦੇ ਦੇ ਸਕਦੇ ਆ। ਅਦਰਵਾਈਜ਼ ਤੁਹਾਨੂੰ ਤੁਸੀਂ ਜਿਹੜਾ ਸਵਾਲ ਪੁੱਛਿਆ ਹੈ ਮਾਨਯੋਗ ਮੈਂਬਰ ਸਾਹਿਬ, ਉਹਦੇ 'ਚ ਇਹ ਹੈ ਕਿ ਸਮਾਜਿਕ ਸੁਰੱਖਿਆ ਮੰਤਰੀ ਕਿਰਪਾ ਕਰਕੇ ਦੱਸਣਗੇ ਕਿ ਊੜਾ ਸਾਲ 2022-23 ਅਤੇ ਸਾਲ 2023-24 ਦੌਰਾਨ ਰਾਜ ਵਿੱਚ ਪੈਨਸ਼ਨਾਂ ਦੀ ਕੁੱਲ ਗਿਣਤੀ ਕਿੰਨੀ ਹੈ। ਉਹ ਜਵਾਬ ਤੁਹਾਨੂੰ ਮਿਲ ਗਿਆ। ਸਾਲ 2022-23 ਅਤੇ 23-24 ਵਿੱਚ ਕਿੰਨੇ ਵਿਅਕਤੀਆਂ ਦੀ ਪੈਨਸ਼ਨ ਕਿਸ ਮਾਪਦੰਡ ਅਧੀਨ ਰੋਕੀ ਗਈ, ਰੱਦ ਕੀਤੀ ਗਈ, ਉਹ ਤੁਹਾਨੂੰ ਜਵਾਬ ਮਿਲ ਗਿਆ। ਹੁਣ ਇਸ ਨਾਲ ਸੰਬੰਧਿਤ ਜੇ ਕੋਈ ਸਪਲੀਮੈਂਟਰੀ ਹੈ ਤਾਂ ਦੱਸੋ। ਹਾਂ ਜੀ ਸਪੀਕਰ ਸਾਹਿਬ, ਅਗਰ ਆਪਾਂ ਕੋਈ ਪੈਨਸ਼ਨ ਲਾਈ ਹੈ ਜਾਂ ਕੱਟੀ ਹੈ, ਉਹ ਕਿਸੇ ਰੂਲ ਤਹਿਤ ਹੀ ਕੱਟੀ ਹੋਣੀ ਹੈ। ਸੋ ਉਹੀ ਮੈਂ ਰੂਲ ਕਹਿ ਰਿਹਾ ਹੈਗਾ ਕਿ ਉਹ ਰੂਲ ਦੇ ਤਹਿਤ ਜਿਹੜੀ 60,000 ਰੁਪਏ ਦੀ ਲਿਮਿਟ ਹੈ, ਕੀ ਉਹਨੂੰ ਸਰਕਾਰ ਵਧਾਉਣ ਦਾ ਕੋਈ ਤਜਵੀਜ਼ ਰੱਖੂਗੀ? ਮੈਂ ਤਾਂ ਕੋਈ ਦੂਜਾ ਸਵਾਲ ਹੀ ਨਹੀਂ ਪੁੱਛਿਆ, ਜੋ ਰੂਲ ਹੈ ਮੈਂ ਉਹਨੂੰ ਪੁੱਛ ਰਿਹਾ। ਬੈਠੋ ਜੀ ਮੰਤਰੀ ਜੀ, ਕੋਈ ਜਿਹੜੀ ਲਿਮਿਟ ਹੈ ਉਹਨੂੰ ਘਟਾਉਣ ਵਧਾਉਣ ਦੀ ਕੋਈ ਤਜਵੀਜ਼ ਹੈ ਜੀ? ਆਨਰੇਬਲ ਸਪੀਕਰ ਸਾਹਿਬ, ਮੈਂ ਆਪ ਜੀ ਦੇ ਮਾਧਿਅਮ ਰਾਹੀਂ ਮੈਂਬਰ ਸਾਹਿਬ ਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਤਜਵੀਜ਼ ਇਹ ਆਪ ਜੀ ਵੱਲੋਂ ਹੀ ਪੇਸ਼ ਹੋਈ ਹੈ, ਸੋ ਇਸ ਤੇ ਵੀ ਵਿਚਾਰ ਕਰ ਲਿਆ ਜਾਵੇਗਾ। ਥੈਂਕ ਯੂ। ਸਰਦਾਰ ਪ੍ਰਤਾਪ ਸਿੰਘ ਬਾਜਵਾ ਔਰ ਸ਼੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੋਨਾਂ ਦਾ 875 ਜੀ 875। ਡਾਕਟਰ ਬਲਬੀਰ ਸਿੰਘ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਵਾਬ ਦੇਣਗੇ। ਮਾਨਯੋਗ ਸਪੀਕਰ ਸਾਹਿਬ, ਮੈਂ ਤੁਹਾਡੇ ਮਾਰਫਤ ਸਾਡੇ ਵਿਰੋਧੀ ਧਿਰ ਦੇ ਨੇਤਾ ਸਾਡੇ ਮਾਨਯੋਗ ਮੈਂਬਰ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਉਹਨਾਂ ਦਾ ਜਿਹੜਾ ਸਵਾਲ ਹੈ, ਜਿਹੜਾ ਊੜਾ ਪੰਜਾਬ ਵਿੱਚ ਕੁੱਲ ਕਿੰਨੇ ਆਮ ਆਦਮੀ ਕਲੀਨਿਕ ਖੋਲੇ ਗਏ। ਸਰ 664 ਆਮ ਆਦਮੀ ਕਲੀਨਿਕ ਹੁਣ ਤੱਕ ਜਿਹੜੇ ਹੈਗੇ ਉਹ ਕੰਮ ਕਰ ਰਹੇ ਆ ਜੀ। ਇਹਨਾਂ ਤੇ 229.48 ਕਰੋੜ ਖਰਚ ਹੋਇਆ। ਸਰ ਦੂਜੀ ਮੈਂ ਤੁਹਾਡੇ ਮਾਧਿਅਮ ਨਾਲ ਵੀ ਦੱਸਣਾ ਚਾਹੁੰਦਾ ਕਿ ਜਿਹੜੀ ਕੇਂਦਰ ਸਰਕਾਰ ਹੈ ਉਹਨਾਂ ਨੇ ਸਾਡੇ ਫੰਡ ਬੰਦ ਕਰਤੇ ਸੀ। ਇਹ ਸਾਰਾ ਖਰਚਾ ਮਾਨ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ। ਸਰ ਦੂਜਾ ਇਹਨਾਂ ਦਾ ਐੜਾ ਹੈਗਾ ਜੀ, ਇਹਦੇ ਵਿੱਚ ਕਿੰਨੇ ਡਾਕਟਰ ਭਰਤੀ ਕੀਤੇ ਗਏ ਆ। ਸਰ ਇਹ ਸਾਰਾ ਸਟਾਫ ਇੰਪੈਨਲਮੈਂਟ ਤੇ ਹੁੰਦਾ। 600 ਆਮ ਆਦਮੀ ਕਲੀਨਿਕਾਂ ਵਿੱਚ 664 ਡਾਕਟਰ ਜਿਹੜੇ ਹੈਗੇ ਆ ਉਹ ਇੰਪੈਨਲਮੈਂਟ ਬੋਰਡ ਦੇ ਉੱਤੇ, ਨਾਲ ਉਹਨਾਂ ਦੇ ਨਰਸਸ ਤੇ ਫਾਰਮਾਸਿਸਟ, ਕੁੱਲ ਮਿਲਾ ਕੇ ਸਰ ਹੈਲਪਰ, ਕੁੱਲ ਮਿਲਾ ਕੇ ਤਕਰੀਬਨ 2600 ਲੋਕਾਂ ਨੂੰ ਰੁਜ਼ਗਾਰ ਵੀ ਮਿਲਿਆ, ਗੇਨਫੁਲ ਇੰਪਲਾਇਮੈਂਟ ਵੀ ਮਿਲਿਆ। ਇਹ ਸਾਰੇ ਡਾਕਟਰ ਹੈਗੇ ਜੀ। ਤੇ ਤੀਜਾ ਹੈਗਾ ਜੀ ਵੀ ਇਹਦੇ ਨਾਲ ਅਜਿਹੇ ਕਿੰਨੇ ਖੋਲੇ ਜਾਣ ਤੇ ਕਿੰਨੇ ਸਿਹਤ ਕੇਂਦਰ ਪ੍ਰਭਾਵਿਤ ਹੋਏ ਹਨ। ਸਰ ਕੋਈ ਵੀ ਸਿਹਤ ਕੇਂਦਰ ਪ੍ਰਭਾਵਿਤ ਨਹੀਂ ਹੋਇਆ, ਕਿਉਂਕਿ ਅਸੀਂ ਸਟਾਫ ਸਾਰਾ ਟੋਟਲ ਸਟਾਫ ਨਵਾਂ ਰੱਖਿਆ। ਇਹਨਾਂ ਨੂੰ ਅਸੀਂ ਕੰਪਿਊਟਰ, ਟੈਬਲੇਟ, ਸਾਰਾ ਜਿੰਨਾ ਵੀ ਸਾਜੋ ਸਮਾਨ ਹੈ ਉਹ ਸਾਰਾ ਨਵਾਂ ਅਸੀਂ ਖਰੀਦ ਕੇ ਦਿੱਤਾ। ਉਹਦੇ ਉੱਤੇ ਹੀ ਜਿਹੜਾ 229 ਕਰੋੜ ਰੁਪਏ, ਔਰ ਜਿਹੜੀਆਂ ਬਿਲਡਿੰਗ ਸੀਗੀਆਂ ਜਿਹੜੀਆਂ ਬਹੁਤ ਪੁਰਾਣੀਆਂ ਸੀ ਉਹਨਾਂ ਦੀ ਰਿਪੇਅਰ ਕਰਕੇ, ਮੇਜਰ ਰਿਪੇਅਰਸ ਕਰਕੇ, ਉਹਨਾਂ ਨੂੰ ਰੈਨੋਵੇਟ ਕਰਕੇ, 에ਅਰ ਕੰਡੀਸ਼ਨ ਕਰਕੇ, ਇਹ ਬਿਲਕੁਲ ਜਿਹੜਾ ਇੱਕ ਮਾਡਰਨ 에ਅਰ ਕੰਡੀਸ਼ਨਡ ਕਲੀਨਿਕ ਜਿਹਦੇ ਵਿੱਚ ਡਾਕਟਰ ਵੀ ਹੈ, ਨਰਸਿਸ ਵੀ ਹੈ ਔਰ ਫਾਰਮਾਸਿਸਟ ਵੀ ਹੈ, ਔਰ ਸਾਰਾ ਡਿਜੀਟਲ ਮਾਡਲ ਹੈ ਸਾਰੇ ਇਹ, ਔਰ ਪੂਰਾ ਕੰਪਿਊਟਰਾਈਜ਼ਡ ਹੈ। ਇਹਦੇ ਨਾਲ ਬਹੁਤ ਅੱਗੇ ਵੀ ਮੈਂ ਤੁਹਾਨੂੰ ਹੋਰ ਵੀ ਥੋੜੀ ਇਨਫੋਰਮੇਸ਼ਨ ਸਾਂਝੀ ਕਰੂੰਗਾ। ਸਰ ਇਹਨਾਂ ਦਾ ਜਿਹੜਾ ਆਖਰੀ ਸੱਸਾ ਵੀ ਇਹਨਾਂ ਕਲੀਨਿਕਾਂ ਵਿੱਚ ਆਮ ਆਦਮੀ ਪਾਰਟੀ ਦੇ ਕਿੰਨੇ ਮੰਤਰੀਆਂ, ਵਿਧਾਇਕਾਂ ਤੇ ਹੋਰ ਅਹੁਦੇਦਾਰਾਂ ਨੇ ਇਲਾਜ ਪ੍ਰਾਪਤ ਕੀਤਾ। ਸਰ ਇਹਦੇ ਵਿੱਚ ਮੈਂ ਮਾਨਯੋਗ ਮੈਂਬਰ ਸਾਹਿਬ ਨਾਲ ਗੱਲ ਕਰਦਾ ਕਿ ਇਹਨਾਂ ਨੇ ਪੁੱਛਿਆ ਵੀ ਆਮ ਆਦਮੀ ਪਾਰਟੀ ਦੇ ਕਿੰਨੇ ਮੰਤਰੀਆਂ ਨਾਲ। ਮੈਂ ਮਾਨਯੋਗ ਮੈਂਬਰ ਨੂੰ ਤੁਹਾਡੇ ਮਾਰਫਤ ਦੱਸਣਾ ਚਾਹੁੰਦਾ ਕਿ ਜਿਹੜਾ ਇਹਨਾਂ ਦੇ ਸਾਹਮਣੇ ਆਮ ਆਦਮੀ ਪਾਰਟੀ ਵਾਲੇ ਬੈਠੇ ਆ, ਇਹ ਸਾਰੇ ਹੀ ਆਮ ਆਦਮੀ ਕਲੀਨਿਕਾਂ 'ਚ ਜਾਂਦੇ ਆ ਜੀ। ਇਹ ਸਾਰੇ ਹੀ ਆਮ ਆਦਮੀ ਆ, ਇਹ ਸਾਰੇ ਹੀ ਉੱਥੋਂ ਇਲਾਜ ਕਰਾਉਂਦੇ ਆ ਜੀ। ਐਕਸੈਪਸ਼ਨ ਜਿਹੜਾ ਤੁਹਾਡੇ ਸਰ ਮੈਨੂੰ ਸਰ ਪੂਰਾ ਗੱਲ ਲੈਟ ਹਿਮ ਕੰਪਲੀਟ। ਸਰ ਜਿਹੜਾ ਤੁਹਾਡੇ ਸੱਜੇ ਪਾਸੇ ਆ ਜੀ ਬੈਠੇ, ਇੱਕ ਉਧਰ ਵੀ ਬੈਠੇ ਆ ਸਾਡੇ ਨਾਲ ਦੇ, ਉਹ ਵੀ ਉੱਥੋਂ ਇਲਾਜ ਕਰਾਉਂਦੇ ਆ। ਇੱਧਰ ਖੱਬੇ ਪਾਸੇ ਖੂੰਜੇ 'ਚ ਬੈਠੇ ਆ, ਇਹ ਵੀ ਆਮ ਆਦਮੀ ਕਲੀਨਿਕ 'ਚੋਂ ਇਲਾਜ ਕਰਾਉਂਦੇ। ਮੈਂ ਖੁਦ ਸਰ ਵਾਹਿਗੁਰੂ ਦੀ ਕਿਰਪਾ ਨਾਲ ਦਵਾਈ ਦੀ ਲੋੜ ਨਹੀਂ ਪਈ, ਬਟ ਮੈਂ BP ਅਕਸਰ ਚੈੱਕ ਕਰਾਉਣਾ ਜਦੋਂ ਵੀ ਮੈਂ ਜਾਂਦਾ ਉੱਥੇ। ਤੇ ਮੈਂ ਜਿਹੜੇ ਸਾਡੇ ਮਾਨਯੋਗ ਮੇਰੇ ਸਾਹਮਣੇ ਸਤਿਕਾਰਯੋਗ ਮੈਂਬਰ ਆ, ਮੈਂ ਇਹਨਾਂ ਨੂੰ ਵੀ ਕਹੂੰਗਾ ਕਿ ਜਦੋਂ ਕਿਤੇ ਲੰਘਦੇ ਵੜਦੇ ਜ਼ਰੂਰ ਜਾਓ, ਇੱਕ ਵਾਰੀ ਦੇਖੋ ਜ਼ਰੂਰ, BP ਚੈੱਕ ਕਰਾ ਲਓ, ਵੈਸੇ ਕੋਈ ਹੋਰ ਆਈਸਾਈਟ ਚੈੱਕ ਕਰਾ ਲਓ, ਕੋਈ ਹਰਜ ਨਹੀਂ ਹੈ, ਮਤਲਬ ਉਹਦੇ 'ਚ ਕੋਈ ਫਾਇਦਾ ਨਹੀਂ। ਸਰ ਇਸ ਤੋਂ ਸਿਵਾਏ
ਜਿਹੜੇ ਆਮ ਆਦਮੀ ਕਲੀਨਿਕ ਹੈ ਇਹ ਵਿਧਾਇਕਾਂ ਨੂੰ ਜਾਂ ਮੰਤਰੀਆਂ ਨੂੰ ਧਿਆਨ 'ਚ ਰੱਖ ਕੇ ਨਹੀਂ, ਆਮ ਲੋਕਾਂ ਨੂੰ ਜਿਹੜੇ 3 ਕਰੋੜ ਲੋਕਾਂ ਨੂੰ ਉੱਥੇ ਸਰ 80 ਲੱਖ ਲੋਕਾਂ ਨੇ ਇਲਾਜ ਕਰਾਇਆ ਜੀ ਇਹਦੇ ਵਿੱਚ। ਔਰ ਇਹਦੇ ਵਿੱਚ ਸਰ ਜਿਹੜੀ ਮੈਂ ਸਰ ਕਨਕਲੂਡ ਕਰ ਰਿਹਾ ਜੀ, ਇੱਕ ਪਿੱਛੇ ਜੇ ਨੈਰੋਬੀ ਕੀਨੀਆ ਦੇ ਵਿੱਚ ਇੱਕ ਬਹੁਤ ਵੱਡਾ ਸਮਿਟ ਹੋਇਆ ਸੀਗਾ ਜੀ, ਗਲੋਬਲ ਹੈਲਥ ਸਪਲਾਈ ਚੇਨ ਸਮਿਟ। ਉਹਦੇ ਵਿੱਚ 85 ਕੰਟਰੀਜ਼ ਨੇ ਪਾਰਟਿਸਿਪੇਟ ਕੀਤਾ ਸਰ। ਪੰਜਾਬ ਦੀ ਐਂਟਰੀ ਸੀ ਇੰਡੀਆ ਤੋਂ 85 ਕੰਟਰੀਜ਼ ਵਿੱਚੋਂ ਪਹਿਲੇ ਨੰਬਰ ਤੇ ਆਈ ਹੈ ਜੀ, ਪਹਿਲੇ ਨੰਬਰ ਤੇ। ਔਰ ਇਹਨੂੰ ਵੈਸਟ ਮਾਡਲ ਜਿਹੜਾ ਹੈਗਾ ਲਾਸਟ ਮਾਈਲ ਡਿਲੀਵਰੀ ਆਫ ਡਰੱਗਸ, ਇਹਨੂੰ ਇਹ ਮੰਨਿਆ ਗਿਆ ਸਰ। ਇਹ ਇਹਨਾਂ ਦੀ ਜਾਣਕਾਰੀ ਵਾਸਤੇ। ਇਹਦੇ ਸਰ ਇੱਕ ਹੋਰ ਚੀਜ਼ ਹੈ ਜੀ, ਇਹ ਕਲੀਨਿਕ ਪਹਿਲਾਂ ਦਿੱਲੀ ਚੱਲਦੇ ਸੀ, ਇੱਕ ਨੌਲੇਜ ਸ਼ੇਅਰ ਐਗਰੀਮੈਂਟ ਹੋਇਆ ਸੀ ਦਿੱਲੀ ਸਰਕਾਰ ਤੇ ਪੰਜਾਬ ਸਰਕਾਰ ਦਾ। ਇਹ ਸਾਡੇ ਮੁੱਖ ਮੰਤਰੀ ਸਾਹਿਬ ਦੀ ਸਿਆਣਪ ਸੀ ਕਿ ਉਹਨਾਂ ਨੇ ਦੁਬਾਰਾ ਤੋਂ ਸਾਰਾ ਕਰਨ ਦੀ ਬਜਾਏ ਜੋ ਉਹਨਾਂ ਦਾ ਤਜਰਬਾ ਸੀ, ਉਹਨਾਂ ਨੇ ਜਿੰਨੇ ਆਮ ਆਦਮੀ ਕਲੀਨਿਕ 4 ਸਾਲ 'ਚ ਖੋਲ੍ਹੇ ਸੀ, ਸਾਡੇ ਮੁੱਖ ਮੰਤਰੀ ਸਾਹਿਬ ਨੇ 1 ਸਾਲ 'ਚ ਉਹਨੇ ਆਮ ਆਦਮੀ ਕਲੀਨਿਕ ਖੋਲ੍ਹੇ ਸੀ। ਨੇਤਾ ਵਿਰੋਧੀ ਧਿਰ ਬਾਜਵਾ ਸਾਹਿਬ। मैं मुबारक देना चाहांगा जी, एक फील्ड केस के चंगे वकील है, बहुत अच्छे वकील ने। हाँ, मैं सारों को पहले अपने मित्र हैल्थ मिनिस्टर साहब को पूछना चाहना, 664 तुसी आम आदमी क्लिनिक खोले, मेरे असैम्बली हल्के कादियां च किन्ने? मैं क्यों दसना सवाल, मैं इन्हों को पूछे ना, तुहानू पता। वैसे तो बाजवा साहब पहले दसो तो सही सवाल दे इन्नी वकालत इन्होंने कर ली। 5 तुसी मैनू गल दसो नहीं एवरेज नहीं जवाब तो दे लें, शॉर्ट ऑफ आंसर नहीं ये तुसी सवाल बाजवा साहब डन इज होमवर्क, बाजवा इज नॉट डन इज होमवर्क। नहीं ये सवाल बाकी वकालतां जिन्नियां मर्जी करते रहो। नहीं मेरी गल ते सुनो, ये वखरा सवाल बनदा है जी। ना वखरा सवाल किहड़ी गल दा जी, ही हैज टू बी प्रिपेयर्ड। तुसी कोई बाहरली पार्लियामेंट अपनी पार्लियामेंट वेख लो, जिथे मंत्री नूं सवाल नहीं आंदा, ही इज गिविंग मार्चिंग ऑर्डर्स। नहीं यू कैनॉट आस्क अनदर क्वेश्चन 6 महीने बाद सेशन। एक मिनट मंत्री जी जवाब देना चाहते, तुहाडे सारे बहे हो जांदे। मंत्री जवाब देना चाहते, कोई गल कहण दी लोड़ जी, मंत्री जी जवाब देना चाहते तुहाडा। दसो मेरे हल्के जी ਉਹੀ ਨਾ ਸਵਾਲ ਪੰਜਾਬ ਦਾ ਸੀ ਸਰ। ਮਾਨਯੋਗ ਸਪੀਕਰ ਸਾਹਿਬ ਜੀ, ਜੋ ਬਾਜਵਾ ਸਾਹਿਬ ਦਾ ਸਵਾਲ ਹੈ ਜੀ, ਸਰ ਮੇਰੇ ਕੋਲੇ ਜਿਹੜਾ ਡਾਟਾ ਹੈਗਾ ਉਹ ਜ਼ਿਲ੍ਹਾ ਵਾਈਜ਼ ਹੈ, ਤੇ ਗੁਰਦਾਸਪੁਰ ਦੇ ਵਿੱਚ 35 ਆਮ ਆਦਮੀ ਕਲੀਨਿਕ ਕੰਮ ਕਰ ਰਹੇ ਆ ਜੀ ਸਰ। ਕੰਢੀ ਏਰੀਆ ਵਾਸਤੇ ਇਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ ਦੇ ਵਿੱਚ 70 ਨਵੇਂ ਮਨਜ਼ੂਰ ਕਰਤੇ ਜੀ, 70 ਹੋਰ ਕਲੀਨਿਕ ਇਹਨਾਂ ਵਾਸਤੇ ਮਨਜ਼ੂਰ ਕਰਤੇ ਜੀ ਸਰ। ਫਿਰ ਵੀ ਦੇਖੋ ਸਰ, ਮੈਂ ਤੁਹਾਡੇ ਥਰੂ ਸਾਰੇ ਜਿੰਨੇ ਮੈਂਬਰ ਸਭਾਨ ਆ ਇਹ ਕੁਝ ਹੋਰ ਪੁੱਛਣਾ ਚਾਹੁੰਦੇ ਜੀ ਉਹਦੇ ਨਾਲ ਸੰਬੰਧਿਤ? ਹਾਂ ਜੀ ਹਾਂ ਬਾਜਵਾ ਸਾਹਿਬ। ਕੋਈ ਇੱਕ ਵੀ ਕਲੀਨਿਕ ਇਹਨਾਂ ਦਾ ਮੇਰੇ ਹਲਕੇ 'ਚ, ਲੀਡਰ ਆਫ ਆਪੋਜੀਸ਼ਨ ਦੇ ਹਲਕੇ 'ਚ ਇੱਕ ਕਲੀਨਿਕ ਨਹੀਂ। ਔਨ ਦੀ ਐਵਰੇਜ ਮਿਨੀਮਮ 5 ਇੱਕ ਅਸੈਂਬਲੀ ਹਲਕੇ 'ਚ ਆਣੇ ਚਾਹੀਦੇ। ਜੇ ਅਸੀਂ ਐਵਰੇਜ 117 ਹਲਕਿਆਂ ਦੀ ਕੱਢ ਲਈ, ਇੱਕ ਵੀ ਹੈ ਨਹੀਂ। ਇਹ ਪਹਿਲਾਂ ਮੈਨੂੰ ਮਿਲਦੀ ਕੀ ਲੋੜ ਹੈ ਇਹਨਾਂ ਨੂੰ? ਚਲੋ ਮੈਨੂੰ ਦੱਸੋ, ਮੈਨੂੰ ਹੁਣ ਤੁਸੀਂ ਬਾਜਵਾ ਸਾਹਿਬ he's been ਸਵਾਲ ਪੁੱਛੋ। why should I meet him? ਬਾਜਵਾ ਜੀ ਇੱਕ ਮਿੰਟ ਸਵਾਲ ਪੁੱਛ ਲਓ ਨਾ ਜੀ। ਅਗਲਾ ਸਵਾਲ ਪੁੱਛੋ। ਨੰਬਰ 2 ਇੱਕ ਮਿੰਟ ਤੁਸੀਂ ਕਹਿੰਦੇ ਹੋ ਇੱਕ ਸਿੰਗਲ ਜਿਹੜੇ ਪੁਰਾਣੇ ਹਸਪਤਾਲ ਨੇ ਇਫੈਕਟ ਨਹੀਂ ਹੋਏ। ਸਾਡੇ ਕਿਸੇ ਪੁਰਾਣੇ ਹਸਪੀਟਲ ਕਾਦੀਆਂ, ਧਾਰੀਵਾਲ, ਕਾਨੂੰਵਾਨ, ਭੈਣੀ ਮੀਏ ਕਾ ਕੋਈ ਡਾਕਟਰ ਨਹੀਂ, ਕੋਈ ਸਟਾਫ ਨਹੀਂ, ਕੋਈ ਦਵਾਈ ਨਹੀਂ, ਕੋਈ ਮਸ਼ੀਨ ਨਹੀਂ। ਤੁਸੀਂ ਕਹਿੰਦੇ ਇਫੈਕਟ ਨਹੀਂ ਹੋਇਆ ਜੀ। ਇੱਕ ਵੀ ਤੁਸੀਂ ਸਾਰਾ ਸਿਸਟਮ ਚੱਲਦਾ ਚੌੜ ਕਰਤਾ, ਆ ਨਵਾਂ ਕੰਮ ਆਰੰਭਤਾ। ਤੁਸੀਂ ਸਵਾਲ ਪੁੱਛ ਲਓ। ਸਾਰਾ ਸਵਾਲ ਹੀ, ਹੋਰ ਕੀ ਦੱਸ ਰਹੇ? ਇਹ ਸਵਾਲ ਨਹੀਂ ਹੈ। ਸਾਰਾ ਕੰਮ ਚੌੜ, ਇਟਸ ਅ ਕੰਪਲੀਟ ਫੇਲ। ਹੀ ਇਜ਼ ਐਡਵੋਕੇਟ ਫॉर ਅ ਡੈਡ ਕੇਸ, ਹੀ ਇਜ਼ ਫਲੋਗਿੰਗ ਅ ਡੈਡ ਹਾਰਸ। ਚਲੋ ਬਾਜਵਾ ਸਾਹਿਬ। ਅੱਛਾ ਅਗਲੀ ਤੀਜੀ ਗੱਲ, ਇੱਕ ਮਿੰਟ ਨਹੀਂ ਇਹ ਮੈਨੂੰ ਅਸ਼ੋਰੈਂਸ ਦਿਓ ਡਾਕਟਰ ਸਾਹਿਬ, ਯੂ ਆਰ ਅ ਵੈਰੀ ਗੁੱਡ ਮਿਨਿਸਟਰ, ਮੈਂ ਤੁਹਾਡੀ ਇੱਜ਼ਤ ਕਦਰ ਕਰਨਾ। ਮੈਨੂੰ ਔਨ ਦੀ ਫਲੋਰ ਆਫ ਦੀ ਹਾਊਸ ਅਸ਼ੋਰ ਕਰੋ ਕਿ ਮੇਰੇ ਹਲਕੇ 'ਚ ਘੱਟ ਤੋਂ ਘੱਟ, ਮੇਰੇ 'ਚ ਬਾਕੀਆਂ ਦੀ ਤੇ ਛੱਡ ਲਈਏ, ਕਦੋਂ ਤੱਕ ਤੁਸੀਂ ਡਾਕਟਰਸ, ਸਟਾਫ, ਇਕਵਿਪਮੈਂਟ ਤੇ ਮੈਡੀਸਨ ਕਦੋਂ ਤੱਕ ਪੂਰੀਆਂ ਕਰ ਦੋ ਜੀ ਮੰਤਰੀ? ਐਂਡ ਆਈ ਹੈਵ ਸਪੋਕਨ। ਠੀਕ ਮੰਤਰੀ ਜੀ। ਜੀ ਮੰਤਰੀ ਜੀ। ਸਰ ਪਹਿਲੀ ਗੱਲ ਤਾਂ ਮੈਂ ਬਾਜਵਾ ਸਾਹਿਬ ਨੂੰ ਅਸ਼ੋਰ ਕਰਦਾ ਜੀ, ਔਰ ਕਿਉਂਕਿ ਪ੍ਰਧਾਨ ਜੀ ਨੇ ਵੀ ਸਵਾਲ ਪੁੱਛਿਆ ਸੀਗਾ
ਇਹ ਜਿਹੜੀਆਂ ਪਾਰਲੀਮੈਂਟ ਦੀਆਂ ਇਲੈਕਸ਼ਨ ਹੋਣੀਆਂ ਉਹਦੇ ਵਿੱਚ ਕੋਡ ਲੱਗਣ ਤੋਂ ਪਹਿਲਾਂ ਇਹਨਾਂ ਦੇ ਸਾਰੇ ਜਿਹੜੇ ਇਹਨਾਂ ਨੇ ਕਹੇ ਸਬ ਡਿਵੀਜ਼ਨ ਹਸਪੀਟਲ ਜਿੰਨੇ ਵੀ ਇਹਨਾਂ ਦੇ ਹਸਪਤਾਲ ਉਹਨਾਂ 'ਚੋਂ ਐਕਸਰੇ ਮਸ਼ੀਨਾਂ ਵੀ ਲਾ ਦਾਂਗੇ ਤੇ ਦਵਾਈਆਂ ਵੀ ਪਹੁੰਚਾ ਦਾਂਗੇ। ਸਰ ਜਿਹੜਾ ਆਮ ਆਦਮੀ ਕਲੀਨਿਕ ਦਾ ਹੈਗਾ ਜੀ ਯੈਸ ਸ਼ੋਰ ਸਰ, ਅੱਛਾ ਠੀਕ ਹੈ ਸਰ, ਪੂਰੀ ਲੈ ਲਓ ਇੰਸ਼ੋਰੈਂਸ, ਹੁਣ ਹੋਰ ਵੀ ਲੈ ਲਓ ਥੋੜੀ ਜੀ। ਚਲੋ ਆਪਾਂ ਬਾਜਵਾ ਸਾਹਿਬ ਚਲੋ ਆਪਾਂ ਹੁਣ ਸਮਾਂ ਠੀਕ ਹੈ ਬਾਜਵਾ ਸਾਹਿਬ ਹੁਣ ਬੈਠੋ ਤੁਸੀਂ। स्पीकर साहब, मंत्री जी, स्पीकर साहब, मंत्री जी को कहना चाहते मंत्री जी, ठीक है मंत्री जी जवाब दो जी, मंत्री जी जवाब देंगे। साहब, मैं थोड़े थ्रू मानयोग बाजवा साहब ਨੂੰ ਬੇਨਤੀ ਕਰਦਾ बैठो 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 तुसी बैठो 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 मैं तो कहता मैं मंत्री जी बोल रहे जरूर। चेतन जी बैठो तुसी, चेतन जी बैठो तुसी। हाँ जी मंत्री जी बोलो जी। हाँ जी बोलो जी मंत्री जी तुम कोई कहना चाहते हो? मानयोग स्पीकर साहब, बाजवा साहब जो इन्हां दा अहुदा है वो इन्हां दा 117 असैंबली सैगमेंट नाल संबंध है। साडे मुख मंत्री साहब अलग सोचते हैं जी, वो 117 असैंबली सैगमेंट दे। उन्होंने मैनू कहा कि डॉक्टर साहब जिन्ने सरकारी अस्पताल है बजट की कोई परवाह नहीं करनी, पैसे मैं दूंगा। उन्होंने सानू दवाइयां वास्ते पैसे दे दिते, असीं दवाइयां खरीद रहे हैं, थोड़े सारे इलाके च पहुंचावांगे सर। थैंक यू। और उस तो सिवाय एक्सरे मशीनां लावांगे थोड़े सर जेडे थोड़े महल्ला क्लिनिक है। तुसीं अपनी रिक्वायरमेंट डिस्ट्रिक्ट हेल्थ कमेटीज बनाईयां हुई जी। मैं बाकी दे सारे मैंबर सभान नूं भी बेनती करदा कि तुसीं अपनी लिस्ट बना के कि इत्थे इत्थे आम आदमी क्लिनिक चाहिए आ, तुसीं लिस्ट तां दिओ सर, दसो तो सही, मिलो तो सही, गल तो करो। साडे मुख मंत्री साहब तो कहते हैं कि पहले इन्हां दे खोलो, साडे मुख मंत्री साहब कहते पहले इन्हां दे खोलो। थैंक यू जी, थैंक यू। राजा जी हो गया जी, राजा जी, राजा वड़िंग, राजा वड़िंग, राजा वड़िंग जी, राजा जी आ जाते। स्पीकर साहब, स्पीकर साहब बहुत ही मैं थोड़ी मार्फत मंत्री साहब नूं पुछना चाहांगा, नाल थोड़े जे आंकड़े भी दसना चाहांगा। और आई फील दैट ये जिहड़े मंत्री साहब ने जो इन्होंने पिछली वारी विधान सभा च अज तो तकरीबन 11 महीने पहला मैं एक सवाल पूछा सी गिद्दड़बा हॉस्पिटल का, बिकॉज गिद्दड़बा हॉस्पिटल पंजाब का नंबर 1 हॉस्पिटल सीगा लास्ट गवर्नमेंट दे विच। काया कल्प के तहत केंद्र सरकार ने सानू 15 लाख रुपए का अवार्ड दिता सी। दिस इज अवार्ड कॉपी एंड द हॉस्पिटल फोटोग्राफ। सो बेस्ट हॉस्पिटल ऑफ द सब डिवीजन जिथे कि 100 बेडेड है। इन्होंने कहता, मैं कहना कि ये मजाक वाली गल नहीं है, असी एक दूजे नू करिए ऑन हेल्थ सिस्टम, क्योंकि लोगों की सेहत नाल जुड़िया हुआ मामला है। इन्होंने ठीक क्या 664 आम आदमी क्लिनिक खोल गए ने। थैंक यू सो मच। तुसी ताड़ियां मारियां, नो प्रॉब्लम। तुसी कौन गए कौन नहीं गए कोई दिक्कत नहीं। तुसी उन्हां दे 229 करोड़ रुपया ला दिता। मैं इस हॉस्पिटल नूं बेस्ट हॉस्पिटल बनाउण वास्ते तकरीबन 1.5 करोड़ रुपया लाया सी। एंड यू कैन चेक द रिकॉर्ड ऑफ दैट हॉस्पिटल इफ यू वांट दैट, यू आर ए कैबिनेट मिनिस्टर। सो पूछ लो, 1.5 करोड़ नाल मेरा हस्पताल पंजाब दा नंबर 1 हस्पताल बन गया। हुण मजाक कित्थे हो रहा, मैं तुहानू पूछना चाहना है, पंजाब दे अंदर 13,500 पिंड हैगा। तुसी कादियां दी गल कीती, अज इन्हां कोले 1217 दिन बाकी रह गए, 20 महीने तुहाडे बीत चुके हैं। अगर रोजाना एक महल्ला क्लिनिक खोलोगे
write one mahalla clinic in one village every day, ਤਾਂ ਤੁਸੀਂ 1217 ਮਹੱਲਾ ਕਲੀਨਿਕ ਖੋਲ ਸਕਦੇ ਹੋ। ਜਾਨੀ ਕਿ ਯੂ ਪ੍ਰੋਮਿਸ ਦੈਟ ਕਿ ਅਸੀਂ ਹਰ ਪਿੰਡ 'ਚ ਮਹੱਲਾ ਕਲੀਨਿਕ ਖੋਲਾਂਗੇ, ਉਹ ਪੂਰਾ ਨਹੀਂ ਹੋਣਾ। ਚਲੋ ਉਹ ਛੱਡੋ, ਪਰ ਮੇਰੀ ਇੱਕ ਬੇਨਤੀ ਹੈ, ਮੈਂ ਕੀ ਪੁੱਛਣਾ ਚਾਹੁੰਦਾ ਸਰ, ਇੱਕ ਮਿੰਟ, ਜਿੱਥੇ ਆਪਾਂ ਕਿਸੇ ਨੂੰ ਤਾਨੇ ਮੇਣੇ ਨਹੀਂ ਦੇ ਰਹੇ, ਆਪਾਂ ਸਰ ਤਾਨੇ ਦੀ ਨਹੀਂ ਸਰ, ਗੱਲ ਇਹ ਹੈ ਸਰ, ਆਪਾਂ ਇਹ ਡਿਬੇਟ ਨਹੀਂ, ਇਹ ਕੁਐਸਚਨ ਆਨਸਰ ਹੈ। ਮੁਹੱਲਾ ਕਲੀਨਿਕਾਂ ਨਾਲ ਸੰਬੰਧਿਤ ਕੋਈ ਕੁਐਸਚਨ ਹੈ ਤੁਹਾਡੇ ਕੋਲ, ਕੋਈ ਗੱਲ ਹੈ ਤਾਂ ਕਰ ਲਓ, ਨਹੀਂ ਮੈਂ ਅਗਲੇ ਤੇ ਚੱਲਿਆ ਜੀ। ਮੇਰੀ ਐ ਨਾ ਕਰੋ, ਹੈਲਥ ਦਾ ਮੈਨੂੰ ਪਤਾ ਹੈ ਬਲਬੀਰ ਜੀ, ਮੈਨੂੰ ਉਮੀਦ ਹੈ ਕਿ ਇਹ ਹੱਲ ਕਰ ਦੇਣਗੇ, ਔਰ ਸਰਕਾਰ ਤੋਂ ਉਮੀਦ ਹੈ ਕਰੋ ਕੁਝ। 21% ਡੇਂਗੂ ਦਾ ਰੇਟ ਵੱਧ ਗਿਆ, ਡੇਂਗੂ ਰੇਸ਼ੋ ਵਧੀ ਸਰ ਇਸ ਵਾਰੀ ਪਰਸੈਂਟੇਜ ਪਿਛਲੇ ਸਾਲ ਨਾਲੋਂ। ਮੇਰੇ 5 ਬੰਦੇ ਮਰ ਗਏ। ਮੇਰੀ ਗੱਲ ਤਾਂ ਸੁਣ ਲਓ ਸਰ, ਜੇ ਸੁਣਨਾ ਨਹੀਂ ਤਾਂ ਆ ਲੱਗਿਆ ਨੋ ਐਕਸਪਰਟ ਡੇਂਗੂ ਦਾ। ਸਾਡੇ ਕੋਲੇ ਸਰ ਸਬ ਡਿਵੀਜ਼ਨ ਤੇ 117 ਹਸਪਤਾਲ ਹੈ। ਮੇਰੀ ਤੁਹਾਨੂੰ ਗੁਜ਼ਾਰਿਸ਼ ਹੈ ਔਰ ਤੁਹਾਨੂੰ ਪੁੱਛਣਾ ਚਾਹਣਾ ਹੈ ਕਿ ਕਿਰਪਾ ਕਰਕੇ ਮਹੱਲਾ ਕਲੀਨਿਕ ਤਾਂ 13,500 ਨਹੀਂ ਖੁੱਲਨੇ। ਕੀ ਕੋਈ ਮੰਤਰੀ ਸਾਹਿਬ ਐਸੀ ਤਜਵੀਜ਼ ਹੈਗੀ ਆ ਕਿ ਜਿਹੜੇ ਸਬ ਡਿਵੀਜ਼ਨ ਲੈਵਲ ਦੇ ਹਸਪੀਟਲ ਹੈਗੇ ਨੇ 100 ਬੈਡਡ ਹਰ ਵਿਧਾਨ ਸਭਾ 'ਚ, ਕਿ ਉਹਨਾਂ ਤੇ ਕੋਈ 2-2 ਕਰੋੜ ਰੁਪਇਆ ਲਾਉਣ ਦੀ ਤਜਵੀਜ਼? ਤੇ ਤੁਸੀਂ ਕਿਹਾ ਸੀ ਡਾਕਟਰ ਮੈਂ ਸਾਲ 'ਚ ਰਾਜਾ ਜੀ ਪੂਰੇ ਕਰ ਦੂੰਗਾ, ਬੀਂਗ ਏ ਫਲੋਰ ਆਫ ਦੀ ਹਾਊਸ, ਤੇ ਅੱਜ ਤੁਸੀਂ ਹੁਣ ਕਹਿ ਰਹੇ ਹੋ ਵੀ ਮੈਨੂੰ 7 ਮਹੀਨੇ ਹੋਰ ਦੇ ਦਿਓ, ਜਦੋਂ ਕੋਡ ਲੱਗ ਗਿਆ ਉਦੋਂ ਮੈਂ ਕਰ ਦੂੰਗਾ। ਵਾਟ ਇਜ਼ ਦਿਸ ਸੀ? ਕਿਦੋਂ ਤੱਕ ਤੁਸੀਂ ਡਾਕਟਰ ਪੂਰੇ ਕਰ ਦਿਓਗੇ ਇਹਨਾਂ ਹਸਪਤਾਲਾਂ 'ਚ? ਮੇਰੇ ਹਸਪੀਟਲ 'ਚ ਵੀ ਅੱਜ ਇੱਕ ਹੀ ਡਾਕਟਰ ਹੈ ਔਰ ਹਰ ਡਾਕਟਰ। ਸਰ ਇਹ ਹਾਲਾਤ ਹੈ ਮਾਨਸਾ 'ਚ। ਠੀਕ ਹੈ ਜੀ, ਠੀਕ ਹੈ, ਬੈਠੋ ਮੰਤਰੀ ਜੀ ਜਵਾਬ ਦਿਓ ਇਹਨਾਂ ਦਾ। ਬੈਠੋ ਰਾਜਾ ਜੀ, ਬੈਠੋ। ਬੈਠੋ ਜੀ ਮੰਤਰੀ ਜੀ। ਸਰ ਸਾਨੂੰ ਥੋੜਾ ਜਿਹਾ ਕਈ ਵਾਰੀ ਪਿੱਛੇ ਝਾਤੀ ਮਾਰਨੀ ਪੈਂਦੀ ਹੈ। ਮੈਂ ਚੈਲੰਜ ਕਰਦਾ ਜੀ, ਪਿਛਲੇ 30 ਸਾਲ ਦੇ ਵਿੱਚ ਜੇ ਇਹਨਾਂ ਨੇ 664 ਨਹੀਂ ਜੇ 164 ਖੋਲੇ, 10 ਦਿਨ ਕਿੱਥੇ ਖੋਲਿਆ? ਬੰਦ ਕੀਤੇ ਇਹਨਾਂ ਨੇ, ਖੋਲੇ ਨਹੀਂ। ਅੱਛੀ ਸ਼ੁਰੂਆਤ ਤਾਂ ਕੀਤੀ ਹੈ ਸਰ, ਅੱਛੀ ਸ਼ੁਰੂਆਤ ਤਾਂ ਕੀਤੀ ਹੈ ਜੀ। ਠੀਕ ਹੈ ਜੀ, ਆ ਗਿਆ। ਡਿਸਪੈਂਸਰੀਆਂ ਤਾਂ ਖੋਲਣੀਆਂ ਸੀ ਸਰ। ਦੂਜੀ ਗੱਲ ਸਰ ਇਹਨਾਂ ਨੇ ਬੈਠੋ ਰਾਜਾ ਜੀ, ਹੁਣ ਆਪਾਂ ਕੁਐਸਚਨ ਆਰ ਚਲਾ ਲਈਏ। ਇਹਨਾਂ ਨੇ ਸਰ ਚਲੋ ਜੀ ਇਹਨਾਂ ਨੇ ਸਰ ਗਿੱਦੜਬਾਹੇ ਦੀ ਗੱਲ ਕੀਤੀ ਹੈ ਜੀ। ਗਿੱਦੜਬਾਹੇ ਦੇ ਵਿੱਚ ਸਬ ਡਿਵੀਜ਼ਨ ਹਸਪੀਟਲ ਹੈ, ਸਬ ਡਿਵੀਜ਼ਨ ਹਸਪੀਟਲ, ਡਿਸਟ੍ਰਿਕਟ ਹਸਪੀਟਲ, ਕਮਿਊਨਿਟੀ ਹੈਲਥ ਸੈਂਟਰ, ਇਹ ਤਿੰਨੋਂ ਹੀ ਸੈਕੰਡਰੀ ਕੇਅਰ ਚਾਹੁੰਦੇ ਆ। ਇਹਦੇ ਵਾਸਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 550 ਕਰੋੜ ਰੁਪਏ ਦਾ ਬਜਟ ਦਿੱਤਾ। 550 ਕਰੋੜ ਰੁਪਏ ਦਾ ਬਜਟ ਦਿੱਤਾ। ਪ੍ਰਾਇਮਰੀ ਕੇਅਰ ਦੇ ਵਿੱਚ ਅਸੀਂ ਚਲੋ ਠੀਕ ਹੈ ਜੀ ਸਰ, ਅਸੀਂ ਪ੍ਰਾਇਮਰੀ ਕੇਅਰ ਦੇ ਵਿੱਚ ਮੈਂ ਮਾਨਯੋਗ ਮੈਂਬਰ ਸਾਹਿਬਾਨ ਨੂੰ ਕਹਿੰਦਾ, ਸਾਹਮਣੇ ਬੈਠੇ ਆ ਜੀ, ਆਪਣੀ ਲਿਸਟ ਬਣਾ ਕੇ ਦਿਓ ਵੀ ਇੰਨੇ ਆਮ ਆਦਮੀ ਕਲੀਨਿਕ ਚਾਹੀਦੇ, ਖੋਲ ਦਾਂਗੇ। ਥੈਂਕ ਯੂ ਮੈਂ ਬਣਾ ਦੂੰਗਾ। ਹੋ ਗਿਆ ਜੀ, ਹੋ ਗਿਆ ਮੰਤਰੀ ਜੀ, ਬੈਠੋ। ਸਰ ਦੂਜੀ ਗੱਲ ਇਹ ਹੈ ਅਸੀਂ ਵਾਅਦੇ ਤਾਂ ਥੋੜੇ ਬਚਿਆ। ਆਪਾਂ ਅਗਲੇ ਕੁਐਸਚਨ ਤੇ ਚੱਲੀਏ। ਆਪਣਾ ਸ਼੍ਰੀ ਡਾਕਟਰ ਬਲਬੀਰ ਜੀ ਤੁਸੀਂ ਬੈਠੋ ਪਲੀਜ਼। ਸਰ ਮੇਰਾ ਜਿਹੜਾ ਕੰਮ ਹੈ ਸਰ, ਇੱਕ ਮਿੰਟ ਡਾਕਟਰ ਸਾਹਿਬ ਬੈਠੋ। ਸਰ ਜਿਹੜਾ ਮੈਂ ਜੇ ਇੱਥੇ ਜੇ ਇੱਕ ਮੰਤਰੀ ਇੱਕ ਐਮਐਲਏ ਇਹ ਉੱਠ ਕੇ ਖੜਾ ਹੋ ਕੇ ਕਵੇ ਕਿ ਮੇਰਾ ਹਸਪਤਾਲ ਪੰਜਾਬ 'ਚ ਬੈਸਟ ਸੀ, ਤਾਂ ਮੈਂ ਸਮਝਦਾ ਕਿ ਮੈਂ ਆਪਣੀ ਜੌਬ ਨੂੰ ਇੱਕ ਐਜ਼ ਏ ਹੈਲਥ ਮਿਨਿਸਟਰ ਜਸਟੀਫਾਈ ਨਹੀਂ ਕਰੂੰਗਾ। ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਦੀ ਜੋ ਸੋਚ ਹੈ, ਮੈਂ 23 ਜ਼ਿਲ੍ਹਾ ਹਸਪਤਾਲ, 41 ਸਬ ਡਿਵੀਜ਼ਨ ਹਸਪੀਟਲ ਔਰ 161 ਕਮਿਊਨਿਟੀ ਹੈਲਥ ਸੈਂਟਰ ਸਾਰੇ ਕਲਾਸ ਕਰੂੰਗਾ, ਸਾਰੇ ਕਲਾਸ ਕਰੂੰਗਾ। ਥੈਂਕ ਯੂ। ਹੁਣ ਮੈਂ ਡਾਕਟਰਾਂ ਦੀ ਗੱਲ ਕਰਦਾ ਸਰ, ਇਹ ਕਹਿੰਦੇ ਸਾਡੇ ਕੋਲ ਡਾਕਟਰ ਨਹੀਂ ਹੈ। ਸਰ ਅਸੀਂ ਹਰ ਸਾਲ 300 ਡਾਕਟਰਾਂ ਨੂੰ ਡਾਕਟਰ ਸਾਹਿਬ ਪੀਜੀ ਕਰਾने ਆ, पोस्ट ग्रेजुएशन कराने आ, स्पेशलिस्ट बनाने आ। प्रश्न काल खत्म ਹੁੰਦਾ ਹੈ। ਬਾਕੀ ਰਹਿੰਦੇ ਪ੍ਰਸ਼ਨ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਨ ਨਿਯਮਾਵਲੀ ਦੇ ਨਿਯਮ 38 ਅਧੀਨ ਉੱਤਰ ਦਿੱਤੇ ਗਏ ਸਮਝੇ ਜਾਣ।
ਹੁਣ ਅਸੀਂ ਏਜੰਡੇ ਦੀ ਅਗਲੀ ਆਈਟਮ ਲਵਾਂਗੇ। ਐਲਾਨ। ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਨ ਨਿਯਮਾਵਲੀ ਦੇ ਨਿਯਮ 13(1) ਅਧੀਨ ਮੈਂ ਹੇਠ ਲਿਖੇ ਮੈਂਬਰਾਂ ਨੂੰ ਸਭਾਪਤੀ ਨਾਮਾਵਲੀ ਲਈ ਨਾਮਜ਼ਦ ਕਰਦਾ ਹਾਂ। ਸ਼੍ਰੀ ਬੁੱਧਰਾਮ MLA, ਸਰਦਾਰ ਪ੍ਰਗਟ ਸਿੰਘ MLA, ਸਰਦਾਰ ਕੁਲਵੰਤ ਸਿੰਘ ਪੰਡੋਰੀ MLA, ਸਰਦਾਰ ਮਨਪ੍ਰੀਤ ਸਿੰਘ ਇਆਲੀ MLA। ਸਕੱਤਰ ਦੁਆਰਾ ਐਲਾਨ। ਸ਼੍ਰੀਮਾਨ ਜੀ, ਮੈਂ 16ਵੀਂ ਪੰਜਾਬ ਵਿਧਾਨ ਸਭਾ ਦੇ ਚੌਥੇ ਸਮਾਗਮ ਦੌਰਾਨ ਪਾਸ ਕੀਤੇ ਗਏ ਬਿੱਲਾਂ ਜਿਨ੍ਹਾਂ ਤੇ ਰਾਜਪਾਲ ਜੀ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ ਦਾ ਵੇਰਵਾ ਸਦਨ ਦੀ ਮੇਜ਼ ਤੇ ਰੱਖਦਾ ਹਾਂ। ਅੱਛਾ, जीरो आवर जी बाजवा साहब। सर, मैं एक इंपॉर्टेंट इत्थे स्टेटमेंट पढ़ना चाहना, जी इजाजत दो तो कैन आई रीड इट? जी। सर, ये सदन केंद्रीय खेतीबाड़ी मंत्री वालों 9 ਦਸੰਬਰ 2021 ਨੂੰ ਲਿਖੇ ਪੱਤਰ ਵਿੱਚ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ 'ਚ ਡੂੰਘੀ ਚਿੰਤਾ ਜ਼ਾਹਰ ਕਰਦਾ ਹੈ। ਭਾਰਤ ਦੇ ਕਿਸਾਨ ਭਾਈਚਾਰੇ, ਖਾਸ ਕਰਕੇ ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਰਾਜਾਂ ਵਿੱਚ ਇੱਕ ਸਮਝੌਤਾ ਹੋਇਆ ਸੀ। ਹਾਲਾਂਕਿ ਪੰਜਾਬ ਦਾ ਸਪਸ਼ਟ ਤੌਰ ਤੇ ਜ਼ਿਕਰ ਨਹੀਂ ਕੀਤਾ ਗਿਆ, ਪਰ ਅੰਦੋਲਨ ਦੀ ਅਗਵਾਈ ਮੁੱਖ ਤੌਰ ਤੇ ਪੰਜਾਬ ਦੇ ਕਿਸਾਨਾਂ ਨੇ ਕੀਤੀ ਸੀ ਅਤੇ ਸੰਯੁਕਤ ਕਿਸਾਨ ਮੋਰਚਾ SKM ਦੇ ਬੈਨਰ ਹੇਠ ਰਾਸ਼ਟਰੀ ਮਹੱਤਤਾ ਪ੍ਰਾਪਤ ਕੀਤੀ ਸੀ। ਸੈਂਟਰ ਗਵਰਨਮੈਂਟ ਦੀ ਇਹ ਸਰ ਵਚਨਬੱਧਤਾ ਸੀ ਕਿ ਖੇਤੀਬਾੜੀ ਉਤਪਾਦਨਾਂ ਲਈ ਘੱਟੋ ਘੱਟ ਸਮਰਥਨ ਮੁੱਲ MSP ਜਿਹੜੀ ਹੈ ਬਾਰੇ ਫੈਸਲਾ ਲੈਣ ਤੇ ਉਹਨੂੰ ਲੀਗਲ ਤੌਰ ਤੇ ਕਰਨ ਵਾਸਤੇ ਅਸੀਂ ਸੰਯੁਕਤ ਕਿਸਾਨ ਮੋਰਚਾ, ਭਾਰਤੀ ਸਰਕਾਰ, ਰਾਜ ਸਰਕਾਰਾਂ ਅਤੇ ਖੇਤੀਬਾੜੀ ਮਾਹਰਾਂ ਦੀ ਨੁਮਾਇੰਦਿਆਂ ਦੀ ਇੱਕ ਕਮੇਟੀ ਦੀ ਸਥਾਪਨਾ ਕਰਾਂਗੇ। ਜਦੋਂ ਤੱਕ ਇਹ ਫੈਸਲਾ ਨਹੀਂ ਕੀਤਾ ਜਾਂਦਾ, ਮੌਜੂਦਾ MSP ਲਾਗੂ ਰਹੇਗੀ। ਨੰਬਰ 2, ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਹਰਿਆਣਾ ਰਾਜਾਂ ਨੇ ਮੋਰਚੇ ਦੇ ਭਾਗੀਦਾਰਾਂ ਵਿਰੁੱਧ ਕੇਸ ਦਾਇਰ ਕੀਤੇ ਸਨ। ਇਹਨਾਂ ਰਾਜਾਂ ਦੀ ਸਹਿਮਤੀ ਨਾਲ ਭਾਰਤ ਸਰਕਾਰ ਨੇ ਐਲਾਨ ਕੀਤਾ ਸੀ ਕਿ ਕੇਸ ਵਾਪਸ ਕਰ ਦਿੱਤੇ ਜਾਣਗੇ। ਤੀਸਰਾ, ਭਾਰਤ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਅਤੇ ਵਿਭਾਗਾਂ ਨੇ ਦੂਜੇ ਰਾਜਾਂ ਨੂੰ ਅਪੀਲ ਕੀਤੀ ਸੀ ਕਿ ਉਹ ਇਹਨਾਂ ਕੇਸਾਂ ਨੂੰ ਵਾਪਸ ਲੈਣ। ਚੌਥਾ, ਮੁਆਵਜ਼ੇ ਦੇ ਸੰਬੰਧ ਵਿੱਚ UP ਅਤੇ ਹਰਿਆਣਾ ਰਾਜ ਸਿਧਾਂਤਕ ਤੌਰ ਤੇ ਸਹਿਮਤ ਹੋ ਗਏ ਸਨ ਅਤੇ ਪੰਜਾਬ ਸਰਕਾਰ ਨੇ ਪਹਿਲਾਂ ਹੀ ਉਪਰੋਕਤ ਮੰਗਾਂ ਨਾਲ ਆਪਣੀ ਸਹਿਮਤੀ